एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह, गुरु नानक गुरु गोबिंद सिंह दसम गुरु साहिबान, पंज प्यारे चार साहिबजादे महाराज। कृपा करो महाराज, कृपा करो, कृपा करो दीन के दाते, मेरा गुण अवगुण ना विचारो महाराज। नज़र कर दो महाराज। साहिब वाहिगुरु जी का खालसा, वाहिगुरु जी की फतेह। ਸੁਰਤ ਦਾ ਗਿਆਨ ਜਿਹੜਾ ਹੈ ਉਹ ਸਾਨੂੰ ਤਾਂ ਹੋਏਗਾ ਜਦੋਂ ਮਨ ਸਾਡਾ ਖੜਾ ਹੋਏਗਾ। ਮਨ ਨੂੰ ਖੜੇ ਕਰਨ ਦੀ ਕਈ ਵਿਧੀਆਂ ਹਨ। ਪਰਸੋਂ ਵੀਰ ਨੇ ਗਹਿਨ ਪ੍ਰਸ਼ਨ ਪੁੱਛਿਆ ਕੱਲ ਕਿ ਮਨ ਮੇਰਾ ਖੜਾ ਨਹੀਂ ਹੁੰਦਾ ਹੈ। ਜਦੋਂ ਆਪ ਗੱਡੀ ਚਲਾਉਂਦੇ ਹੋ ਉਦੋਂ ਆਪ ਦਾ ਮਨ ਦੌੜੇਗਾ ਘੱਟ। ਨੋਟ ਕਰਨਾ ਆਪ। ਜਦੋਂ ਆਪ ਕੋਈ ਕੰਮ ਇਹੋ ਜਿਹਾ ਕਰਦੇ ਹੋ ਜਿੱਥੇ ਤੁਹਾਡਾ ਇੰਟਰਸਟ ਲੱਗਦਾ ਹੈ, ਤੁਹਾਨੂੰ ਪੇਂਟਿੰਗ ਵਿੱਚ ਭਰੋਸਾ ਹੋਏ, ਤੁਹਾਨੂੰ ਕਿਸੇ ਹੋਰ ਕਾਰਜ ਵਿੱਚ ਤੁਹਾਡਾ ਇੰਟਰਸਟ ਲੱਗਦਾ ਹੋਏ, ਤੁਹਾਡਾ ਮਨ ਜਲਦੀ ਲੱਗੇਗਾ। ਨਾਮ ਦੇ ਵਿੱਚ ਜਦੋਂ ਹਜ਼ੂਰੀ ਵਿੱਚ ਅਸੀਂ ਬੈਠਦੇ ਹਾਂ ਤੇ ਪਹਿਲੇ ਮਨ ਰਿਵੋਲਟ ਕਰਦਾ ਹੈ, ਕਿਉਂਕਿ ਆਪ ਮਨ ਨੂੰ ਕਾਬੂ ਕਰਨ ਲੱਗੇ ਹੋ ਤਾਂ ਪਹਿਲਾ ਮਨ ਦੌੜਦਾ ਹੈ। ਤਾਂ ਇਹਦੀ ਇੱਕ ਬੜੀ ਸੌਖੀ ਵਿਧੀ ਇਹ ਵੀ ਹੈ ਕਿ ਅਸੀਂ ਛੋਟੇ ਛੋਟੇ ਕਾਰਜ ਵਿੱਚ ਇਨਵੋਲਵ ਹੋ ਕੇ ਉਹਨਾਂ ਨੂੰ ਕਰੀਏ। ਗੁਰਜੇਫ ਇੱਕ ਜਰਮਨੀ ਦਾ ਬਹੁਤ ਪੁਰਾਤਨ, ਰਸ਼ੀਅਨ ਸੀ ਸ਼ਾਇਦ, ਬਹੁਤ ਪੁਰਾਤਨ ਸੰਤ ਹੋਇਆ। ਉਹਨੇ ਕਈਆਂ ਨੂੰ ਉਹ ਸਮਝਾਉਂਦਾ ਸੀ ਕਿ ਜਦੋਂ ਉਹਦੇ ਕੋਲ ਜ਼ਿਆਦਾ ਕੋਈ ਸੋਚ ਵਾਲਾ ਇਨਸਾਨ ਆਉਂਦਾ ਸੀ ਉਸ ਤੋਂ ਉਹ ਬੜੇ ਛੋਟੇ ਕਾਰਜ ਕਰਾਉਂਦਾ ਸੀ, ਜਿਵੇਂ ਉਹਨੂੰ ਸੜਕ ਕੁਟਵਾ ਦੇਣੀ। ਉਹ ਕਹਿੰਦਾ 3 ਦਿਨ ਮੈਂ ਬੀਬੀ ਆਈ, 3 ਦਿਨ ਮੈਂ ਉਸ ਤੋਂ ਸੜਕ ਹੀ ਕੁਟਵਾਉਂਦਾ ਰਿਹਾ, ਤਾਂ ਕਿ ਇਹਦਾ ਮਨ ਜਿਹੜਾ ਹੈ, ਸੋਚ ਜਿਹੜੀ ਹੈ, ਇਹ ਗਿਰਨੀ ਸ਼ੁਰੂ ਹੋ ਜਾਏ, ਇਹਨੂੰ ਹੋਰ ਗਹਿਨ ਨਾ ਕਰੇ। ਇਸ ਤਰ੍ਹਾਂ ਸਾਡੇ ਗੁਰਮਤਿ ਮਾਰਗ ਵਿੱਚ ਸੇਵਾ ਦਾ ਕਨਸੈਪਟ ਵੀ ਬਹੁਤ ਪਿਆਰਾ ਹੈ। ਆਪ ਅਗੇ ਕਈ ਇਹੋ ਜਿਹੀ ਜਗ੍ਹਾ ਸੇਵਾ ਕਰ ਸਕੋ ਜਿੱਥੇ ਤੁਹਾਨੂੰ ਕੋਈ ਜਾਣੇ ਨਾ, ਔਰ ਕੋਈ ਇਹੋ ਜਿਹਾ ਕਾਰਜ ਕਰੋ ਜਿਹਦੇ ਚ ਬਹੁਤਾ ਜ਼ਿਆਦਾ ਦਿਮਾਗ ਨਾ ਲੱਗੇ। ਭਾਂਡੇ ਮਾਂਜਣੇ ਚਲੇ ਗਏ, ਜੋੜੇ ਝਾੜਨ ਚਲੇ ਗਏ, ਇਹ ਹੈ। ਪਰ ਇਹਦੇ ਵਿੱਚ ਬਾਹਰ ਮੁਖੀ ਮਨ ਨਾ ਹੋ ਕੇ ਮਨ ਅੰਤਰਮੁਖੀ ਹੋਏ, ਔਰ ਇਸ ਤਰ੍ਹਾਂ ਦੀ ਪ੍ਰੈਜ਼ੈਂਸ ਹੋਏ ਕਿ ਉਹ ਹੈ ਕਿ ਨਾ ਹੈ ਬਰਾਬਰ ਹੈ। आप वो काम करके देखो, आप छोटे छोटे कार्य करके देखो। मन नू खड़ा करन दी एक विधि है। कई बार जदों बैठ के मन ध्यान च नहीं जाता ते थोड़ा टुर के अभ्यास करके फिर जदों बैठो उहदे नाल मन हल्का होएगा। या फिर अगर आप उड़ीक रख सको, मन नू देख सको कि मन दे विचार चलते ने और मैं और मन अलग अलग चीज़ां ने, असीं एक नहीं हाँ। ਇਹ ਮਨ ਜਿਹੜਾ ਹੈ ਮੈਂ ਵਿੱਚ ਰਲ ਕੇ ਜ਼ਿਆਦਾ ਪਾਵਰਫੁਲ ਹੋ ਜਾਂਦਾ ਹੈ, ਉੱਥੋਂ ਸ਼ਕਤੀ ਲੈਂਦਾ ਹੈ, ਉੱਥੋਂ ਸਾਡੇ ਵਿਚਾਰਾਂ ਦੀ ਸ਼ਕਤੀ ਆਉਂਦੀ ਹੈ। ਤਾਂ ਅਸੀਂ ਇਹ ਚੀਜ਼ ਸਮਝੀਏ ਕਿ ਮਨ ਦੇ ਐਕਸਪੀਰੀਅੰਸ ਵਿੱਚ ਹੀ ਸਾਨੂੰ ਸੱਚ ਦੇ ਵੱਲ ਗੁਰੂ ਸਾਹਿਬ ਤੋਰਨਗੇ। ਇਹ ਜਿਹੜੀਆਂ ਨੇਗੇਸ਼ਨਸ ਕਰਦੇ ਨੇ ਇਹ ਸਭ ਸਰੀਰ ਨਾਲ ਵਾਸਤਾ ਰੱਖਦੀਆਂ ਨੇ। ਸੁੱਚਤਾ, ਸੁੱਚ ਹੋਣਾ, ਮੈਂ ਸਰੀਰ ਨੂੰ ਧੋਂਦਾ ਵਾਂ, ਸੋਚਦਾ ਵਾਂ, ਮਨ ਭੁੱਲੇਗਾ, ਭੁਲੇਖਾ ਹੈ। ਚੁੱਪ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸਿਰਫ ਇੰਦਰੀਆਂ ਦੀ, ਦਰਅਸਲ ਚੁੱਪ ਤੇ ਮਨ ਨੂੰ ਹੋਣਾ ਹੈ। ਜਿਵੇਂ ਵੀਰ ਕਹਿੰਦੇ ਮੇਰੇ ਵਿਚਾਰ ਚੱਲਦੇ ਨੇ, ਮਨ ਅਗਰ ਚੁੱਪ ਹੁੰਦਾ ਹੋਏ ਤਾਂ ਮਹਾਰਾਜ ਸ਼ਾਇਦ ਨਾ ਸਾਨੂੰ ਕਹਿਣ ਕਿ ਇਹ ਗਲਤ ਨਹੀਂ ਹੈ, ਪਰ ਇਹਦੇ ਨਾਲ ਮਨ ਚੁੱਪ ਨਹੀਂ ਹੋਏਗਾ, ਭੁੱਖ ਨਹੀਂ ਉਤਰੇਗੀ, ਸਰੀਰ ਥੱਕ ਜਾਏਗਾ, ਮਨ ਦੀ ਭੁੱਖ ਨਹੀਂ ਉਤਰੇਗੀ। ਮਨ ਦੀ ਭੁੱਖ ਦਾ ਰਿਲੇਸ਼ਨ ਕਿਸੇ ਹੋਰ ਅਵਸਥਾ ਨਾਲ ਹੈ।
ਚੌਥੀ ਪਦ ਵਿੱਚ ਜਦੋਂ ਸਾਹਿਬ ਸਾਨੂੰ ਕਹਿੰਦੇ ਨੇ ਕਿ ਸਿਆਣਪਾਂ ਨਾਲ ਨਹੀਂ ਚੱਲਣਗੀਆਂ, ਮਨ ਦਾ ਵਿੱਚ ਇੱਕ ਮੇਜਰ ਟੂਲ ਮਨ ਦਾ ਜਿਹੜਾ ਹੈ, ਇੱਕ ਮੇਜਰ ਐਨਰਜੀ ਸੈਂਟਰ, ਉਹ ਵਿਚਾਰਾਂ ਦਾ ਹੈ। ਅਸੀਂ ਵਿਚਾਰਦੇ ਹਾਂ, ਸੋਚਦੇ ਹਾਂ, ਸੋਚ ਕਰਕੇ ਸਾਡੇ ਮਨ ਦੀ ਸਿਆਣਪ ਆਉਂਦੀ ਹੈ, ਅਸੀਂ ਸਿਆਣੇ ਗਿਣੇ ਜਾਂਦੇ ਹਾਂ, ਜਾਂ ਅਸੀਂ ਆਪਣੇ ਆਪ ਨੂੰ ਮੂਰਖ ਵੀ ਗਿਣ ਸਕਦੇ ਹਾਂ। ਪਰ ਇਹ ਸਿਆਣਪਾਂ ਔਰ ਮੂਰਖਤਾਵਾਂ ਇਹ ਸਿਰਫ ਮਨ ਦੀ ਇੱਕ ਪਾਰਟ ਆਫ ਮਾਈਂਡ ਵਿੱਚ ਹਨ, ਦੂਜੇ ਵਿੱਚ ਇਹ ਹੈ ਨਹੀਂ। ਜਿਵੇਂ ਸਮਝ ਲਈਏ ਕਿ ਇੰਡੀਆ ਵਿੱਚ ਰੁਪਈਆ ਇੱਕ ਕਰੰਸੀ ਹੈ, ਜੇ ਅਸੀਂ ਰੁਪਈਆ ਲੈ ਕੇ ਅਮਰੀਕਾ ਪਹੁੰਚ ਜਾਵਾਂਗੇ, ਉਹ ਸਾਨੂੰ ਕੁਝ ਨਹੀਂ ਦੇਣਗੇ। ਜਾਂ ਇਸ ਤਰ੍ਹਾਂ ਸਮਝ ਲਈਏ ਕਿ ਅਸੀਂ ਬੱਸ ਦਾ ਟਿਕਟ ਲੈ ਕੇ ਐਰੋਪਲੇਨ ਤੇ ਚੜ੍ਹਨਾ ਚਾਹੀਏ, ਤੇ ਚੜ੍ਹ ਨਹੀਂ ਪਾਵਾਂਗੇ। ਇਸੇ ਤਰ੍ਹਾਂ ਸਿਆਣਪ ਜਿਹੜੀ ਹੈ, ਇਹ ਦੁਨੀਆ ਦੇ ਵਿੱਚ ਜੀਣ ਦਾ ਟੂਲ ਹੈ, ਨਿਰੰਕਾਰ ਵਿੱਚ ਇਹਦਾ ਕੋਈ ਮੁੱਲ ਨਹੀਂ ਹੈ। ਇਹ ਫਿਰ ਬਦਲ ਜਾਂਦੀ ਹੈ, ਵਿਵੇਕ ਬੁੱਧੀ ਹੋ ਜਾਂਦੀ ਹੈ, ਪਰ ਵਿਵੇਕ ਦਾ ਰਿਫਲੈਕਸ਼ਨ ਸਾਡੇ ਐਕਸਪੀਰੀਅੰਸ ਨਾਲ ਹੈ। ਵਿਵੇਕ ਬੁੱਧੀ ਦਿੱਤੀ ਨਹੀਂ ਜਾ ਸਕਦੀ ਕਿਸੇ ਨੂੰ। ਵਿਵੇਕ ਬੁੱਧੀ ਆਪਣੇ ਜੀਵਨ ਦੇ ਐਕਸਪੀਰੀਅੰਸ ਚੋਂ ਮੈਂ ਆਪ ਜਾਣਾਂਗਾ ਕਿ ਕੌਣ ਔਰ ਕਿਹੜਾ ਮਾਰਗ ਔਰ ਕਿਸ ਪਾਸੇ ਮੇਰਾ ਅਧਿਆਤਮ ਦਾ ਇੰਟਰਸਟ ਰੱਖਿਆ ਹੈ। ਇਹ ਗੁਰੂ ਦਾ ਇੱਥੇ ਵੈਲਿਊਬਲ ਐਕਸਪੀਰੀਅੰਸ ਹੈ, ਪਰ ਗੁਰੂ ਨੂੰ ਅਰਪਣ ਹੋਵਾਂਗੇ ਤਾਂ ਇਹ ਖੇਡ ਚੱਲੇਗੀ। ਇਹ ਵੀ ਆਪ ਸਮਝ ਲਓ ਕਿ ਵਿਵੇਕ ਬੁੱਧੀ ਦਾ ਹਿੱਸਾ ਹੈ ਕਿ ਮੈਂ ਇਸ ਗੱਲ ਨੂੰ ਜਾਣਾ ਕਿ ਗੁਰੂ ਮੇਰੇ ਜੀਵਨ ਦਾ ਇੱਕ ਜ਼ਰੂਰੀ ਔਰ ਅਹਿਮ ਪਹਿਲੂ ਹੈ। ਇਹ ਮੈਂ ਸਿਆਣਪ ਚੋਂ ਅਗਰ ਲੱਭਣ ਚਾਹਾਂਗਾ, ਅਗਰ ਮੈਂ ਇਸ ਵਰਡ ਨੂੰ ਯੂਜ਼ ਕਰ ਰਿਹਾ ਲੌਜਿਕ, ਅਸਲ ਮੈਂ ਲੌਜਿਕ ਨੂੰ ਯੂਜ਼ ਕਰਕੇ ਕੋਸ਼ਿਸ਼ ਕਰਾਂਗਾ ਕਿ ਅਧਿਆਤਮ ਦੇ ਵੱਲ ਦਾ ਜਿਹੜਾ ਮਾਰਗ ਦਾ ਰਸਤੇ ਨੂੰ ਸਮਝਣ ਦੀ ਕੋਸ਼ਿਸ਼ ਹੋਈ ਤਾਂ ਗਲਤ ਹੋ ਜਾਵਾਂਗੇ। ਲੌਜਿਕ ਬੜਾ ਪੁਰਾਤਨ ਵਰਡ ਹੈ, ਇਹ ਲੋਗੋਸ ਤੋਂ ਆਉਂਦਾ 399 BC ਵਿੱਚ, ਬਿਫੋਰ ਕ੍ਰਾਈਸਟ ਦੀ ਗੱਲ ਮੈਂ ਕਰਦਾ ਹਾਂ। ਇਹ ਲੋਗੋਸ ਗ੍ਰੀਕਸ ਨੇ ਐਸਟੈਬਲਿਸ਼ ਕੀਤਾ ਸੀ। ਪਾਇਥਾਗੋਰਸ ਥਿਓਰਮ ਔਰ ਇਹ ਜਿਤਨੀ ਟ੍ਰਿਗਨੋਮੈਟਰੀ ਹੈ, ਇਹ ਸਾਰੀ ਲੋਗੋਸ ਤੋਂ ਇਨਵੈਂਟ ਹੋ ਕੇ ਅੱਗੇ ਆਈ ਹੈ। ਸਾਡੇ ਬਹੁਤ ਗਹਿਨ ਕੰਮ ਕੀਤਾ ਹੈ। ਜੀਵਨ ਦੇ ਦੁਵੈਤ ਨੂੰ ਵੀ ਇਹਨਾਂ ਨੇ ਇੱਥੋਂ ਜਾਣਿਆ ਹੈ, ਔਰ ਕੁਝ ਲੋਕਾਂ ਨੇ ਦੁਵੈਤ ਤੋਂ ਪਾਰ ਵੀ ਜਾਣ ਦੀ ਸਮਝ ਪ੍ਰਾਪਤ ਕਰ ਲਈ ਹੈ, ਪਰ ਉਹ ਵਿਰਲੇ ਨੇ। ਸੋਕਰਟੀਜ਼ ਨੇ ਸਾਨੂੰ ਗਿਆਨ ਦਿੱਤਾ ਕਿ ਮੌਤ ਨਹੀਂ ਹੈ। ਮੈਂ ਜ਼ਹਿਰ ਦਾ ਪਿਆਲਾ ਪੀ ਲਾਂਗਾ, ਮੈਨੂੰ ਮਾਰ ਨਹੀਂ ਪਾਏਗਾ ਕੋਈ। ਇਹ ਬ੍ਰਹਮ ਗਿਆਨ ਅਵਸਥਾ ਹੈ, ਜਦੋਂ ਸਰੀਰ ਨੂੰ ਮੈਂ ਮੌਤ ਨਹੀਂ ਸਮਝਦਾ, ਮੈਂ ਜਾਣਦਾ ਵਾਂ ਆਪਣੀ ਸਪਿਰਿਟ ਨੂੰ। ਮੈਨੂੰ ਫੇਥ ਹੈ, ਮੈਂ ਮਰਨ ਤੋਂ ਘੰਟਾ ਪਹਿਲਾਂ ਵੀ, 4 ਘੰਟੇ ਪਹਿਲੇ ਵੀ, 10 ਘੰਟੇ ਪਹਿਲੇ ਵੀ ਡੋਲਦਾ ਨਹੀਂ ਹਾਂ। ਇਹਦਾ ਮਤਲਬ ਮੈਨੂੰ ਗਿਆਨ ਹੈ ਕਿ ਸਪਿਰਿਟ ਕੀ ਹੈ, ਸਪਿਰਿਚੁਅਲਿਟੀ ਕੀ ਹੈ, ਅਧਿਆਤਮ ਕੀ ਹੈ, ਔਰ ਸਰੀਰ ਹੋਣ ਤੇ ਵੀ ਮੈਂ ਹੋਵਾਂਗਾ, ਸਰੀਰ ਨਾ ਹੋਣ ਤੇ ਵੀ ਮੈਂ ਹੋਵਾਂਗਾ। ਇਹ ਬ੍ਰਹਮ ਗਿਆਨ ਅਵਸਥਾ ਹੈ ਮਹਾਰਾਜ, ਕਾਲ ਰਹਿਤ ਜੀਵਨ ਹੈ। ਇਹ ਲੋਗੋਸ ਤੋਂ ਸਾਨੂੰ ਸਿਆਣਪਾਂ ਆਈਆਂ ਨੇ, ਅਸੀਂ ਉਹ ਸਿਆਣਪਾਂ ਵਰਤ ਕੇ ਜੀਵਨ ਵਿੱਚ ਜੀਂਦੇ ਹਾਂ। ਕਿਵੇਂ ਪੈਸੇ ਬਚਾਉਣੇ ਨੇ, ਕਿਵੇਂ ਜੀਵਨ 'ਚ ਪੈਸੇ ਕਮਾਉਣੇ ਨੇ, ਕਿਵੇਂ ਬੱਚਿਆਂ ਨੂੰ ਪਾਲਣਾ ਹੈ, ਇਹ ਸਾਰੀਆਂ ਚੀਜ਼ਾਂ ਸਿਆਣਪਾਂ ਤੋਂ ਆ ਰਹੀਆਂ ਨੇ। ਕੁਝ ਸਾਨੂੰ ਵਿਵੇਕ ਤੋਂ ਵੀ ਆਉਂਦੀਆਂ। ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀਆਂ ਸਿਆਣਪਾਂ ਅਸੀਂ ਦੁਨੀਆ ਵਿੱਚ ਵਰਤਦੇ ਹਾਂ, ਇਹ ਸਾਡਾ ਅਧਿਆਤਮ ਮਾਰਗ ਵਿੱਚ ਸਾਥ ਨਹੀਂ ਦੇ ਪਾਉਣਗੀਆਂ। ਅਧਿਆਤਮ ਮਾਰਗ ਵਿੱਚ ਅਰਦਾਸ ਮੇਰਾ ਇੱਕ ਪਹਿਲੂ ਹੋਏਗਾ ਔਰ ਨਾਮ ਦੂਸਰਾ ਹੋਏਗਾ। ਇਹ ਦੋਨੋਂ ਦੇ ਬਲ ਦੇ ਉੱਤੇ ਖੜਾ ਹੋ ਕੇ ਮੈਂ ਅਧਿਆਤਮ ਦੇ ਮਾਰਗ ਤੇ ਤੁਰ ਪਾਵਾਂਗਾ। ਜਦੋਂ ਮੇਰਾ ਮਨ ਨਹੀਂ ਜੁੜੇਗਾ, ਮੈਂ ਪੁਕਾਰ ਕਰਾਂਗਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕੱਲ ਸਾਨੂੰ ਕਿਵੇਂ ਪਿਆਰ ਨਾਲ ਸਮਝਾਇਆ ਹੈ ਕਿ ਉਹ ਜਾਣਦਾ ਹੈ ਮੇਰੀ ਅਵਸਥਾ ਮਨ ਦੀ, ਪੁਕਾਰੀਏ ਅਸੀਂ, ਤਾਂ ਉਹ ਗੱਲ ਸਮਝਣ ਵਾਲੀ ਹੈ ਕਿ ਕੀ ਹੈ ਜਿਸ ਦੇ ਨਾਲ ਮੈਨੂੰ ਪ੍ਰਾਪਤੀ ਹੋਣੀ ਹੈ। ਸੱਚ ਦੀ ਪ੍ਰਾਪਤੀ ਦੀ ਗੱਲ ਹੁਣ ਗੁਰੂ ਸਾਹਿਬ ਕਰਨ ਨਿਕਲ ਪਏ ਹਨ। ਮੂਲ ਮੰਤਰ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ ਹੈ, ਫਿਰ ਸੱਚ ਦਾ ਸਮੇਂ ਤੋਂ ਪਰੇ ਹੋਣ ਦਾ ਲੱਛਣ ਦੱਸਿਆ ਹੈ ਕਿ ਉਹ ਸਦਾ ਲਈ ਹੈ।
ਔਰ ਫਿਰ ਹੁਣ ਮਹਾਰਾਜ ਇੱਕਦਮ ਸ਼ੁਰੂ ਹੋ ਗਏ, ਕਿਹਨਾਂ ਮਾਰਗਾਂ ਤੋਂ ਨਹੀਂ ਮਿਲਣਾ ਹੈ, ਅਸੀਂ ਕਿਸ ਚੀਜ਼ ਦੇ ਧਿਆਨ ਵਿੱਚ ਚੱਲ ਕੇ ਅਧਿਆਤਮ ਤੇ ਟੁਰਨਾ ਹੈ। ਮਹਾਰਾਜ ਨੇ ਸਮਝਾਇਆ ਹੈ ਕਿ ਸਰੀਰ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ, ਇਹਦਾ ਰਿਲੇਸ਼ਨ ਮਨ ਨਾਲ ਹੈ, ਔਰ ਮਨ ਨੂੰ ਅਸੀਂ ਪਕਾਣਾ ਹੈ, ਮਨ ਨੂੰ ਮਨ ਵਿੱਚ ਕਮਾਣਾ ਹੈ, ਮਨ ਵਿੱਚ ਜਾਣਨਾ ਹੈ, ਮਨ ਵਿੱਚ ਗੁਰਪ੍ਰਸਾਦ ਵਰਤੇਗਾ, ਮਨ ਵਿੱਚ ਸਤ ਦੇ ਦਰਸ਼ਨ ਹੋਣਗੇ, ਮਨ ਦੇ ਉਹ ਅਲੱਗ-ਅਲੱਗ ਪਹਿਲੂਆਂ ਚੋਂ ਨਿਕਲ ਕੇ ਮੈਂ ਮਨ ਨੂੰ ਜਿੱਤਾਂਗਾ, ਔਰ ਮਨ ਨੂੰ ਜਦੋਂ ਜਿੱਤ ਸਕਾਂਗਾ ਤਾਂ ਹੀ ਜਾਣ ਪਾਵਾਂਗਾ ਕਿ ਸਤ ਕੀ ਹੈ, ਤਾਂ ਹੀ ਜਾਣ ਪਾਵਾਂਗਾ ਕਿ ਮੈਂ ਨਹੀਂ ਹਾਂ, ਸਤ ਮੇਰਾ ਹੋਣਾ ਨਹੀਂ ਹੈ, ਤੂੰ ਹੀ ਨਿਰੰਕਾਰ ਹੈ, तू ही सत्य है, तू ही सब सृष्टि का मालिक है, तू ही है जिदे करके दुनिया है, मेरा होना एक टेम्पररी फेज है। हाँ, मैं इस जन्म के थ्रू उसकी प्राप्ति में जा सकता हाँ, जिहदे नाल मेरा एक्सपीरियंस परमानेंट हो जाता है, जिहदे नाल सदा लई यह ज्ञान मिल जाता है कि मैं कौन हाँ, मेरी निरंकार की अवस्था की है, आनंद की अवस्था की है। गुरु महाराज ने सानू चलाया है इस मार्ग वाल हुण, जिथे वो कह रहे ने कि यह काम नहीं करने हैं क्योंकि इन्हां विच मन दे नाल कोई वाह नहीं है, तां यह फिर देखना है कि किन्हां चीज़ां दा वाह है। महाराज कहते हैं सोच करे दिन सार रात, मन की मैल न तन ते जात। ਇਹ ਹੁਣ ਖੁੱਲ ਗਈ ਸਾਰੀ ਗੱਲ, ਉਸੇ ਸੋਚ ਦੀ ਗੱਲ ਕਰਦੇ ਆ ਜਿੱਥੇ ਸੋਚੇ ਸੋਚ ਨਾ ਹੋਵੇ ਦੀ ਗੱਲ ਹੋ ਰਹੀ ਹੈ। ਤਾਂ ਮਹਾਰਾਜ ਕਹਿੰਦੇ ਰਾਤ ਦਿਨ ਇਸ਼ਨਾਨ ਕਰੇਗਾ ਤਾਂ ਮਨ ਕੀ ਮੈਲ न तन पे जात। ਗੱਲ ਆ ਗਈ ਮਨ ਤੇ ਸਾਰੀ, ਮੈਲ ਜਾਣੀ ਹੈ ਤਾਂ ਮਨ ਦੀ ਜਾਣੀ ਹੈ। ਤਨ ਨੂੰ ਧੋਣ ਨਾਲ ਮਨ ਦਾ ਕੋਈ ਰਿਸ਼ਤਾ ਨਹੀਂ ਹੈ, ਮਨ ਅਲਰਟ ਜ਼ਰੂਰ ਹੋ ਜਾਏਗਾ ਪਰ ਸੁੱਚਾ ਨਹੀਂ ਹੋਏਗਾ। महाराज कहते हैं इस देही को बहु साधना करे, मन ते कभू न बिख्या टरे, जल धोवे बहु दे अनीत, शुद्ध कहाँ होए काची पीत। महाराज बार बार सानू उसे गल नूं दोहरा रहे हैं कि यह कच्ची पीत है, यह वही टैंपररी शरीर है जिहदे च असीं चढ़ के ज्ञान प्राप्ति करनी है, इहनूं परमानेंट जान के ना चलीए। मन हट के नाम की महिमा ऊंच, नानक नाम उजरे पतित बहु मूच। बहुत सियाणप जन का बहु व्यापे, अनिक बिगन कर बहु सियाणप, अनिक बिगन कर कृष्णा ना त्यापे ना जापे। महाराज नाम ਵੱਲ ਸਾਨੂੰ ਸੰਕੇਤ ਕਰ ਦਿੰਦੇ ਹੁਣ ਕਿ ਇਹਨਾਂ ਸਿਆਣਪਾਂ ਤੋਂ ਪਰੇ ਜਨਮ ਦਾ ਜਿਹੜਾ ਭਾਉ ਹੈ ਉਹ ਵੱਧਦਾ ਹੈ, ਘਟਦਾ ਨਹੀਂ ਹੈ। ਨਾਮ ਨਾਲ ਸਾਨੂੰ ਪ੍ਰਾਪਤੀ ਹੋਏਗੀ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਨਾਮ ਨੂੰ ਅਸੀਂ ਜੀਵਨ ਚ ਉਤਾਰਨਾ ਹੈ। ਨਾਮ ਕਿੱਥੇ ਹੈ, ਨਾਮ ਦੀ ਕਿਹੜੀ ਅਵਸਥਾ ਨੇ, ਨਾਮ ਵਿੱਚ ਅਸੀਂ ਕਿਸ ਤਰ੍ਹਾਂ ਲੀਨ ਹੋਣਾ ਹੈ। ਜਪਜੀ ਸਾਹਿਬ ਵਿੱਚ ਮਹਾਰਾਜ ਹਰੀਕ ਤਰੀਕੇ ਨਾਲ ਇਹਨੂੰ ਖੋਲਣਗੇ, ਕਈ ਅਲੱਗ-ਅਲੱਗ ਤਰੀਕਿਆਂ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਪਰ ਜਰਨੀ ਹੈ ਨਾਮ ਔਰ ਮਨ ਦੀ ਜਿਹੜੀ ਹੈ ਸ਼ਬਦ ਦੇ ਨਾਲ ਜੁੜੇਗੀ, ਸੁਰਤ ਦੇ ਨਾਲ ਜੁੜੇਗੀ। ਜਦੋਂ ਮਨ ਸੁਰਤ ਦਾ ਰੂਪ ਲੈ ਲੇਗਾ ਤਾਂ ਸ਼ਬਦ ਨਾਮ ਕਰਕੇ ਪ੍ਰਵੇਸ਼ ਹੋ ਜਾਏਗਾ। ਨਾਮ ਔਰ ਸ਼ਬਦ ਦੋਨੋਂ ਇੱਕੋ ਚੀਜ਼ ਨੇ, ਦੋਨੋਂ ਫਰਕ ਨਹੀਂ ਹੈਗੀਆਂ। ਤਾਂ ਅਸੀਂ ਜਦੋਂ ਨਾਮ ਨਾਲ ਜੁੜਾਂਗੇ ਤਾਂ ਸੁਰਤ ਨੂੰ ਪ੍ਰਾਪਤ ਕਰ ਲਵਾਂਗੇ, ਜਦੋਂ ਇਕਾਗਰ ਮਨ ਹੋ ਜਾਵਾਂਗੇ ਤਾਂ ਨਾਮ ਵਿੱਚ ਜੁੜਾਂਗੇ ਤਾਂ ਵੀ ਸੁਰਤ ਨੂੰ ਗਿਆਨ ਪ੍ਰਾਪਤ ਕਰ ਲਵਾਂਗੇ। ਇਹਦੇ ਲਈ ਜੋ ਹੁਣ ਸਾਨੂੰ ਨੈਸੈਸਰੀ ਦਿਖਦਾ ਹੈ ਉਹ ਇਹੀ ਦਿਖਦਾ ਹੈ ਕਿ ਨਾਮ ਵੱਲ ਅਸੀਂ ਟੁਰਨਾ ਹੈ। ਫਿਰ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ
ਜੋ ਜੋ ਵੀ ਅਸੀਂ ਚੁੱਪ ਦੀ ਗੱਲ ਕੀਤੀ ਹੈ, ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸਹਿਜ ਹੈ ਇਹਦੇ ਵਿੱਚ ਚੁੱਪ ਹੈ। ਸਹਿਜੇ ਚੁੱਪ ਸਹਿਜੇ ਹੀ ਜਪਣਾ, ਇਹ ਮਨ ਦੀ ਅਵਸਥਾ ਹੈ। ਫਿਰ ਜਦੋਂ ਸਹਿਜ ਵਿੱਚ ਮੈਂ ਆ ਜਾਵਾਂਗਾ, ਮੇਰਾ ਮਨ ਸਹਿਜ ਵਿੱਚ ਆ ਜਾਏਗਾ, ਤਾਂ ਇਹ ਚੁੱਪ ਵਿੱਚ ਦੀ ਪ੍ਰਾਪਤੀ ਕਰ ਲਏਗਾ, ਤਾਂ ਇਹ ਸ਼ਾਂਤ ਦੀ ਪ੍ਰਾਪਤੀ ਕਰ ਲਏਗਾ। ਔਰ ਉਸ ਸ਼ਾਂਤੀ ਦੇ ਪਿਲਰ ਤੇ, ਅਧਿਆਤਮ ਦੀ ਉਸ ਤੇ ਸਿਖਰ ਤੇ ਅਸੀਂ ਚੋਟ ਮਾਰਾਂਗੇ ਫਿਰ ਸ਼ਬਦ ਦੀ। ਉਹ ਐਨੂਅਲ ਹੈ, ਉਹ ਸਟੇਬਲ ਮਾਈਂਡ ਹੈ। ਤਾਂ ਮਹਾਰਾਜ ਨੇ ਸਾਨੂੰ ਇੱਕ ਨਵਾਂ ਸ਼ਬਦ ਦਿੱਤਾ ਹੈ, ਸਹਿਜ। ਸਹਿਜ ਮਨ ਦੀ ਇੱਕ ਅਵਸਥਾ ਹੈ। ਫਿਰ ਸਹਿਜ ਕਿਵੇਂ ਆਏਗਾ, ਸਹਿਜ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਇਸੇ ਤਰ੍ਹਾਂ ਸਾਹਿਬ ਨੇ ਸਾਨੂੰ ਭੁੱਖ ਦੀ ਗੱਲ ਵੀ ਕਹੀ ਹੈ ਕਿ ਭੁੱਖ ਜਿਹੜੀ ਹੈ ਉਹ ਕਦੇ ਨਹੀਂ ਮਿਟੇਗੀ। ਮਨ ਦੀ ਭੁੱਖ ਜਿਹੜੀ ਹੈ ਉਹ ਨਾਮ ਨਾਲ ਮਿਟਦੀ ਹੈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਇਹ ਪੂਰੀ ਤਰ੍ਹਾਂ ਤ੍ਰਿਪਤ ਹੋ ਜਾਂਦਾ ਹੈ ਮਨ, ਔਰ ਇਹ ਤ੍ਰਿਸ਼ਨਾ ਵੀ ਇਹਦੀ ਖਤਮ ਹੋ ਜਾਂਦੀ ਹੈ, ਡਿਜ਼ਾਇਰ ਦੇ ਮੁੱਕ ਜਾਂਦੇ ਹੈ। ਇਹ ਬਾਹਰ ਮੁਖੀ ਹੋਣਾ ਹਟ ਜਾਂਦਾ ਹੈ, ਅੰਤਰਮੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ। ਆਪ ਇਹ ਪੁੱਛੋਗੇ ਕਿ ਇਹ ਕਿਵੇਂ ਹੋਏਗਾ, ਸਡਨਲੀ ਹੋਏਗਾ, ਇਮੀਡੀਏਟਲੀ ਹੋਏਗਾ। ਗੁਰੂ ਸਾਹਿਬ ਸਾਨੂੰ ਕਹਿੰਦੇ ਹੋ ਤਾਂ ਇਮੀਡੀਏਟਲੀ ਸਕਦਾ ਹੈ, ਪਰ ਮਨ ਦੀ ਤਿਆਰੀ ਇਹਦੇ 'ਚ ਕਾਫੀ ਚੱਲਦੀ ਹੈ। ਸਾਡੇ ਮਨ ਦੀ ਤਿਆਰੀ ਜਿਤਨੀ ਹੁੰਦੀ ਜਾਏਗੀ ਉਤਨਾ ਐਕਸਪੀਰੀਅੰਸ ਪੂਰਾ ਮਿਲਦਾ ਜਾਏਗਾ ਸਾਨੂੰ। ਔਰ ਜਦੋਂ ਪੂਰੀ ਮਨ ਦੀ ਤਿਆਰੀ ਹੋ ਜਾਏਗੀ ਤਾਂ ਪੂਰਾ ਪ੍ਰਾਪਤੀ ਗੁਰਪ੍ਰਸਾਦ ਦੇ ਅਸੀਂ ਪੂਰੇ ਦਰਸ਼ਨ ਕਰ ਪਾਵਾਂਗੇ, ਪ੍ਰੋਵਾਈਡਡ ਸਾਡੇ ਅੰਤਰ ਦੀ ਅਰਦਾਸ, ਸਾਡੇ ਅੰਦਰ ਦੀ ਪੁਕਾਰ ਉਹੀ ਹੈ ਜਿਸ ਪਾਸੇ ਅਸੀਂ ਜਾਣਾ ਚਾਹੁੰਦੇ ਹਾਂ। ਮਨ ਇਕਾਗਰ ਹੈ, ਪਰ ਮਨ ਅਧਿਆਤਮ ਵੱਲ ਮੁਖ ਨਹੀਂ ਕਰਨਾ ਚਾਹੁੰਦਾ, ਤਾਂ ਉਹ ਅੰਤਰ ਦੀ ਅਰਦਾਸ ਨਹੀਂ ਹੈ। ਫਿਰ ਮਨ ਉਧਰ ਹੀ ਜਾਏਗਾ ਜਿੱਥੇ ਸਾਡੀ ਅੰਤਰ ਦੀ ਅਰਦਾਸ ਹੈ। ਹੋ ਸਕਦਾ ਹੈ ਕਿ ਅਸੀਂ ਜੀਵਨ ਵੱਲੀ ਚੱਲੀਏ, ਕਿਉਂਕਿ ਇਹ ਹੁਣ ਵਿਵੇਕ ਵਿੱਚ ਮੇਰੇ ਨਹੀਂ ਮੈਨੂੰ ਸਮਝ ਆਈ ਹਾਲੇ ਕਿ ਅਧਿਆਤਮ ਦਾ ਸੁੱਖ ਕੀ ਹੈ ਔਰ ਦੁਨਿਆਵੀ ਸੁੱਖ ਕੀ ਹੈ। ਫਿਰ ਇੱਕ ਫੰਡਾਮੈਂਟਲ ਡਾਇਕੋਟਮੀ ਹੈ ਮੇਰੇ ਮਨ ਵਿੱਚ, ਮੈਨੂੰ ਆਪਣੇ ਆਪ ਕਲੀਅਰ ਨਹੀਂ ਹੈ ਕਿ ਦੁਨਿਆਵੀ ਸੁੱਖ ਔਰ ਅਧਿਆਤਮਕ ਸੁੱਖ ਦੇ ਵਿੱਚੋਂ ਮੈਨੂੰ ਕਿਹੜਾ ਚੂਜ਼ ਕਰਨਾ ਹੈ। ਦੁਨਿਆਵੀ ਸੁੱਖ ਤੇ ਵੈਸੇ ਅਸੀਂ ਨਹੀਂ ਛੱਡਦੇ ਹਾਂ, ਪਰ ਉਹਦਾ ਆਧਾਰ ਨਹੀਂ ਬਣਾਉਂਦੇ। ਅਸੀਂ ਜੀਵਨ ਤਾਂ ਪੂਰਾ ਉਸੇ ਤਰ੍ਹਾਂ ਜੀਂਦੇ ਹਾਂ, ਸੁੱਖ ਔਰ ਦੁੱਖ ਜੋ ਦੂਸਰੇ ਜੀਂਦੇ ਨੇ, ਗੁਰਮਤਿ ਗਿਆਨ ਵਿੱਚ ਵੀ ਅਸੀਂ ਉਹੀ ਜੀਂਦੇ ਹਾਂ, ਪਰ ਉਹ ਸਾਡਾ ਫਾਊਂਡੇਸ਼ਨ ਨਹੀਂ ਹੁੰਦਾ। ਸਾਡੀ ਲਾਈਫ ਦੀ ਫਾਊਂਡੇਸ਼ਨ ਅਧਿਆਤਮਕ ਨਾਮ ਹੈ। ਤਾਂ ਜਦੋਂ ਅਸੀਂ ਆਪਣੇ ਆਪ ਨੂੰ ਕਹੀਏ ਕਿ ਅਸੀਂ ਅਧਿਆਤਮਕ ਨਾਮ ਨੂੰ ਚੂਜ਼ ਨਹੀਂ ਕਰਦੇ, ਔਰ ਬਾਅਦ ਦਫਾ ਇਹ ਦੇਖਿਆ ਜਾਂਦਾ ਹੈ, ਕਈ ਵਾਰ ਇਹ ਵੀ ਦੇਖਿਆ ਜਾਏਗਾ ਕਿ ਅਖਰੀ ਗਿਆਨ ਵੀ ਹੈ ਮੈਨੂੰ ਬਾਣੀ ਦਾ, ਪਰ ਮੈਂ ਅਧਿਆਤਮ ਦਾ ਮਾਰਗ ਨਹੀਂ ਚੁਣਦਾ। ਇਹ ਹੁਣ ਬੜਾ ਪਰਸਨਲ ਜਿਹਾ ਡਿਸੀਜਨ ਹੈ, ਇਹਦੇ ਤੇ ਬੜੇ ਪਰਸਨਲ ਜੇ ਕਾਲ ਹੈ, ਔਰ ਇਹ ਤੇ ਬਹੁਤ ਡਿਪੈਂਡ ਕਰਦਾ ਹੈ ਕਿ ਮੇਰਾ ਜੀਵਨ ਦਾ ਆਪਣਾ ਐਕਸਪੀਰੀਅੰਸ ਕੀ ਹੈ, ਕਿਹੋ ਜਿਹੇ ਲੋਕਾਂ ਨਾਲ ਮੇਰਾ ਵਾਹ ਪਿਆ ਹੈ, ਕਿਹਨਾਂ ਨੇ ਮੈਨੂੰ ਕੀ ਸਿਖਾਇਆ ਹੈ, ਕਿਹੜੀ ਚੋਟ ਮੇਰੀ ਜੀਵਨ ਦੀ ਮੈਨੂੰ ਲੱਗੀ, ਉਸ ਤੋਂ ਮੈਂ ਕੀ ਸਿੱਖਿਆ ਹੈ। ਗੌਤਮ ਬੁੱਧ ਨੂੰ ਚੋਟ ਲੱਗੀ, ਸਿਧਾਰਥ ਗੌਤਮ ਬਣ ਗਿਆ। ਇੱਕੋ ਦਿਨ 'ਚ ਸਿਧਾਰਥ ਬਾਹਰ ਨਿਕਲਿਆ, ਉਹਨੂੰ 3 ਚੀਜ਼ਾਂ ਦੇ ਦਰਸ਼ਨ ਹੋਏ। ਮੌਤ ਦਿਖੀ ਉਸਨੂੰ, ਬੁਢਾਪਾ ਦਿਖਿਆ, ਬਿਮਾਰੀ ਦਿਖੀ, ਔਰ ਚੌਥਾ ਉਸਨੂੰ ਇੱਕ ਅਧਿਆਤਮਕ ਪੁਰਸ਼ ਦਿਖਿਆ। ਇੱਕੋ ਦਿਨ 'ਚ ਦੂਜੇ ਦਿਨ ਮਨ ਪਲਟ ਗਿਆ। 2 ਦਿਨਾਂ ਦੀ ਖੇਡ ਵਿੱਚ ਸਾਰਾ ਜੀਵਨ ਬਦਲ ਗਿਆ। ਦੁਨੀਆ ਨੂੰ ਸਿਧਾਰਥ ਤੋਂ ਹਟ ਕੇ ਇੱਕ ਜਨਾ ਮਿਲਿਆ ਜਿਹਦਾ ਨਾਂ ਗੌਤਮ ਬੁੱਧ ਹੈ। ਅੱਜ ਬੁੱਧ ਨੂੰ ਪੂਜਦੀ ਹੈ ਦੁਨੀਆ ਸਾਰੀ। ਜਿਤਨੇ ਮੇਰੇ ਖਿਆਲ ਬੁੱਧ ਦੇ ਮੂਰਤੀਆਂ ਨੇ, ਕਿਸੇ ਹੋਰ ਦੀ ਮੂਰਤੀ ਨਹੀਂ ਹੈ। ਇਹ ਸਾਡੀ ਸਾਈਕੀ ਦੇ ਅੰਦਰ ਹੈ ਗੌਤਮ ਬੁੱਧ ਦਾ ਸ਼ਬਦ, ਔਰ ਕਾਫੀ ਕੁਝ ਦੁਨੀਆ ਨੇ ਰਿਅਲਾਈਜ਼ ਕੀਤਾ ਹੈ ਬੁੱਧ ਤੋਂ। ਹੁਣ ਇਹ ਫਰਕ ਹੋ ਜਾਂਦਾ ਹੈ ਜੀਵਨ ਦਾ। ਜਿਹੜਾ ਮਨ ਸਤ ਨੂੰ ਜਾਣ ਗਿਆ, ਉਹ ਗੌਤਮ ਬੁੱਧ ਬਣ ਕੇ ਸਦਾ ਲਈ ਹੋ ਗਿਆ। ਅੱਜ ਵੀ ਸਾਨੂੰ ਉਹਦੀ ਯਾਦ ਆਉਂਦੀ ਹੈ। ਔਰ ਜਿਹੜਾ ਮਨ ਨਹੀਂ ਜਗਿਆ,
ਉਹ ਸ਼ਾਇਦ ਸਿਧਾਰਥ ਬਣ ਕੇ ਅਗਰ ਜਿੰਦਾ ਤਾਂ ਆਪਣੀ ਹੱਡੀਆਂ ਨਾਲ ਹੀ ਗੱਲ ਕੇ ਖਤਮ ਹੋ ਜਾਣਾ ਸੀ। ਅੱਗੇ ਦੀ ਗੱਲ ਨਾ ਤੁਹਾਨੂੰ ਕਦੇ ਯਾਦ ਆਉਂਦੀ, ਨਾ ਮੈਨੂੰ ਕਦੇ ਯਾਦ ਆਉਂਦੀ। ਅੱਜ ਗੌਤਮ ਬੁੱਧ ਦੀ ਗੱਲ ਮਹਾਰਾਜ ਵੀ ਬੁੱਧ ਸ਼ਬਦ ਵਰਤਦੇ ਜਪਜੀ ਸਾਹਿਬ ਵਿੱਚ ਵੀ। ਇੱਕ ਅਵਸਥਾ ਦੇ ਨਾਲ ਜੁੜ ਗਿਆ ਸ਼ਬਦ। ਇਤਨਾ ਉਹਦਾ ਐਕਸਪੀਰੀਅੰਸ ਜਿਹੜਾ ਹੈ ਉਹ ਸੀਰੀਅਸ ਹੈ। ਇਹ ਫਰਕ ਹੋ ਜਾਂਦਾ ਹੈ ਜਦੋਂ ਅਸੀਂ ਮਨ ਦੀ ਸਦਾ ਦੀ ਅਵਸਥਾ ਵਿੱਚ ਚਲੇ ਜਾਂਦੇ ਹਾਂ, ਉਹਨਾਂ ਨੂੰ ਪ੍ਰਾਪਤੀ ਕਰਕੇ ਉਸਦੇ ਗਿਆਨ ਪ੍ਰਾਪਤੀ ਵੱਲ ਟੁਰ ਜਾਂਦੇ ਹਾਂ, ਤਾਂ ਅਸੀਂ ਦੁਨੀਆ ਦੇ ਸਦਾ ਦੇ ਜਿਹੜੇ ਪੋਰਸ਼ਨ ਹੈ ਉਹਦੇ ਵਿੱਚ ਸਾਡਾ ਵਾਸਾ ਹੋ ਜਾਂਦਾ ਹੈ। ਫਿਰ ਸਾਨੂੰ ਕੋਈ ਸਮੇਂ ਵਿੱਚ ਮਾਰ ਨਹੀਂ ਪਾਉਂਦਾ, ਕੋਈ ਮਾਰ ਪਾਏਗਾ ਹੀ ਨਹੀਂ। ਜਦ ਤੱਕ ਸ੍ਰਿਸ਼ਟੀ ਹੈ, ਜਦ ਤੱਕ ਨਹੀਂ ਵੀ ਹੈ, ਤਾਂ ਵੀ ਸਾਨੂੰ ਉਸ ਹੋਣ ਦੇ ਗਿਆਨ ਹੈ, ਕਿਉਂਕਿ ਅਸੀਂ ਹਾਂ ਉਸ ਐਕਸਪੀਰੀਅੰਸ ਵਿੱਚ ਹੈਗੇ ਹਾਂ। ਮੈਂ ਤੇ ਚਲਾ ਗਿਆ, ਪਰ ਨਿਰੰਕਾਰ ਦਾ ਉਹ ਐਕਸਪੀਰੀਅੰਸ ਹਾਜ਼ਰ ਹੈ, ਨਿਰੰਕਾਰ ਦੇ ਰੂਪ ਹੋ ਗਿਆ। ਬੂੰਦ ਜਿਹੜੀ ਸਮੁੰਦਰ 'ਚ ਮਿਲ ਗਈ। ਐਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਕਿਧਰੇ ਨਹੀਂ ਗਏ ਹਨ, ਨਾ ਕਿਧਰੇ ਜਾਣਗੇ। ਗੁਰੂ ਦਾ ਧਿਆਨ ਕਰਨ ਦੀ ਲੋੜ ਹੈ, ਸਿੱਖ ਨੂੰ ਗੁਰੂ ਹਾਜ਼ਰ ਹੋ ਜਾਂਦਾ ਹੈ। ਆਓ ਮਹਾਰਾਜ ਅਸੀਂ ਹੁਣ ਜਿਹੜਾ ਇਸ ਪੌੜੀ ਦਾ ਤਤ ਗਿਆਨ ਦੀ ਗੱਲ ਵੱਲ ਅਸੀਂ ਚੱਲਦੇ ਹਾਂ। ਪਹਿਲੇ ਅਸੀਂ ਵੈਸੇ ਪੂਰਾ ਵਿਚਾਰ ਚੁੱਕੇ ਹਾਂ ਹੁਕਮ ਨੂੰ, ਪਰ ਫਿਰ ਵੀ ਹੁਣ ਇਹਨੂੰ ਕਿਉਂਕਿ ਇੱਕ ਲੜੀਵਾਰ ਚੱਲਦੇ ਪਏ ਹਾਂ, ਇਹਨੂੰ ਵਿਚਾਰੀਏ। ਮਨ ਦੇ ਨਾਲ ਸਾਡਾ ਰਸਤਾ ਹੈ, ਮਨ ਦੇ ਨਾਲ ਸਾਡਾ ਵਾਹ ਹੈ। ਔਰ ਹੁਣ ਮਹਾਰਾਜ ਨੇ ਉਸ ਮਨ ਦੀ ਹੀ ਗੱਲ ਛੇੜ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਕਿ ਕਿਉਂ ਸੱਚਿਆਰਾ ਹੋਈਏ। ਜੇ ਇਹਨਾਂ ਚੀਜ਼ਾਂ ਤੋਂ ਨਹੀਂ ਮਿਲਣਾ ਤਾਂ ਕਿਸ ਤਰ੍ਹਾਂ ਮਿਲਣਾ ਹੈ? ਕਿਵੇਂ ਸਾਨੂੰ ਉਹਦੀ ਪ੍ਰਾਪਤੀ ਹੋਣੀ ਹੈ? ਕਿਵੇਂ ਸੱਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਮਹਾਰਾਜ ਪੁੱਛਦੇ, ਆਪ ਹੀ ਪ੍ਰਸ਼ਨ ਪੁੱਛਦੇ ਨੇ। ਫਿਰ ਕਹਿੰਦੇ ਨੇ, ਫਿਰ ਦੱਸੋ ਕਿਵੇਂ ਮਿਲੇਗਾ? ਇਹ ਕੂੜ ਦੀ ਪਾਲ ਕਿਵੇਂ ਟੁੱਟੇਗੀ? ਆਪਣੇ ਹੀ ਪ੍ਰਸ਼ਨ ਵਿੱਚ ਆਪ ਹੀ ਜਵਾਬ ਵਿੱਚ ਦੇ ਰਹੇ ਨੇ ਕਿ ਮੇਰੇ ਔਰ ਸੱਚ ਦੇ ਵਿੱਚ, ਮੇਰੇ ਔਰ ਸੱਚ ਦੇ ਵਿੱਚ ਇੱਕ ਕੂੜ ਦੀ ਪਾਲ ਹੈ, ਝੂਠ ਦੀ ਦੀਵਾਰ ਹੈ। ਉਹ ਕਿੱਥੇ ਹੈ? ਉਹ ਮਨ ਦੇ ਵਿੱਚ ਹੈ। ਉਹ ਕਿਸ ਨੇ ਖੜੀ ਕੀਤੀ ਹੈ? ਉਹ ਅੱਗੇ ਸਾਨੂੰ ਸਮਝਾਣਗੇ। ਮਹਾਰਾਜ ਕਹਿੰਦੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਜਦੋਂ ਅਸੀਂ ਹੁਕਮ ਦੀ ਰਜ਼ਾ ਵਿੱਚ ਚੱਲਦੇ ਹਾਂ ਤਾਂ ਉਹਦੀ ਇੱਕੋ ਪੋਸੀਬਿਲਿਟੀ ਹੈ ਕਿ ਮੈਂ ਨਹੀਂ ਹਾਂ। ਕਿਉਂਕਿ ਅਗਰ ਮੈਂ ਹਾਂ ਤਾਂ ਹੁਕਮ ਨੂੰ ਮੈਂ ਨਹੀਂ ਜਾਣ ਪਾਵਾਂਗਾ, ਕਿਉਂਕਿ ਹੁਕਮ ਦਾ ਰਿਲੇਸ਼ਨ ਨਿਰੰਕਾਰ ਨਾਲ ਹੈ। ਨਿਰੰਕਾਰ ਨੂੰ ਜਾਣਨ ਵਾਸਤੇ ਮੈਨੂੰ ਆਪਣਾ ਮੈਂ ਗਿਰਨਾ ਪਏਗਾ। ਬਿਨਾਂ ਮੇਰੇ ਈਗੋ ਨੂੰ ਦੇ ਗਿਰੇ ਉਸ ਅਧਿਆਤਮ ਦੀ, ਹੁਕਮ ਦੀ ਅਵਸਥਾ ਦਾ ਗਿਆਨ ਨਹੀਂ ਪ੍ਰਾਪਤ ਹੋਏਗਾ। ਤਾਂ ਮਨ ਦੇ ਜਿਹੜੀ ਕੂੜ ਦੀ ਪਾਲ ਹੈ ਇਹ ਟੁੱਟੇਗੀ ਹੁਕਮ ਨੂੰ ਜਾਣ ਕਰਕੇ। ਹੁਕਮ ਨੂੰ ਜਾਣਾਂਗੇ ਤਾਂ ਇਹ ਕੂੜ ਦੀ ਪਾਲ ਟੁੱਟੇਗੀ। ਦੋਨੋਂ ਚੀਜ਼ਾਂ ਬਰਾਬਰ ਨੇ। ਤਾਂ ਮਹਾਰਾਜ ਕਹਿੰਦੇ ਨੇ ਕਿ ਸੱਚਿਆਰਾ ਹੋਈਏ, ਕਿ ਕੂੜੇ ਟੁੱਟੇ ਪਾਲ। ਤਾਂ ਗੁਰੂ ਸਾਹਿਬ ਕਹਿੰਦੇ ਨੇ ਹੁਕਮ ਨੂੰ ਜਾਣਨਾ ਹੈ, ਹੁਕਮ ਵੱਲ ਟੁਰਨਾ ਹੈ, ਪਰ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੈ। ਫਿਰ ਯਾਨੀ ਮੇਰੀ ਵਿਲ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਮੇਰੀ ਆਪਣੀ ਹੋਂਦ ਵੀ ਖਤਮ ਹੋ ਜਾਂਦੀ ਹੈ। ਰਜ਼ਾ ਸਿਰਫ ਇੱਕ ਰਹਿੰਦੀ ਹੈ, ਉਹ ਹੁਕਮ ਦੀ ਰਜ਼ਾ ਹੈ। ਜਦੋਂ ਹੁਕਮ ਦੀ ਰਜ਼ਾ ਵਿੱਚ ਮੈਂ ਨਹੀਂ ਹਾਂ ਤਾਂ ਕੂੜ ਦੀ ਪਾਰ ਟੁੱਟ ਜਾਂਦੀ ਹੈ। ਜਾਂ ਅਸੀਂ ਕੂੜ ਦੀ ਪਾਰ ਤੋੜ ਦਈਏ ਤਾਂ ਹੁਕਮ ਦੀ ਰਜ਼ਾ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਦੋਨਾਂ ਵਿੱਚ ਇੱਕ ਸਾਈਮਲਟੇਨੀਅਸ ਜਿਹਾ ਭਾਵ ਹੈ। ਭਾਵੇਂ ਉਹ ਇਸ ਪਾਸੋਂ ਅਪਰੋਚ ਕਰੋ, ਭਾਵੇਂ ਉੱਥੋਂ ਅਪਰੋਚ ਕਰੋ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਣ ਨਾਨਕ ਲਿਖਿਆ ਨਾਲ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਮਹਾਰਾਜ ਨੇ ਸਾਨੂੰ ਬਹੁਤ ਕੁਝ ਪੱਲੇ ਪਕੜਾਇਆ ਹੈ। ਮੇਰੇ ਨਾਲ ਕੀ ਲਿਖਿਆ ਹੈ? ਕਈ ਚੀਜ਼ਾਂ ਲਿਖੀਆਂ ਨੇ ਜਿਹੜੀਆਂ ਮੈਂ ਆਲਟਰ ਨਹੀਂ ਕਰ ਸਕਦਾ। ਸਰੀਰ ਆਇਆ ਹੈ, ਸਰੀਰ ਜਾਏਗਾ। ਆਪਣੇ ਸਮੇਂ ਨਾਲ ਸਵਾਸ ਮਿਲੇ ਹਨ, ਸਵਾਸ ਚਲੇ ਜਾਣਗੇ। ਤਾਂ ਮੇਰਾ ਬਰਥ ਦੇ ਨਾਲ ਡੈਥ ਲਿਖੀ ਹੈ। ਮੇਰੀ ਹਰ ਮੀਟਿੰਗ ਦੁਨੀਆ ਦੀ ਜਿਹੜੀ ਹੋਏਗੀ ਉਹਦੇ ਨਾਲ ਵਿਛੋੜਾ ਲਿਖਿਆ ਹੈ।
ਮੈਂ ਜਿਹੜੀ ਚੀਜ਼ ਨੂੰ ਦੁਨੀਆ ਦੀ ਦੇਖ ਰਿਹਾ ਇਹ ਸਭ ਚੇਂਜਿੰਗ ਮੋਡ ਵਿੱਚ ਹੈ, ਇਹ 'ਚੋਂ ਕੁਛ ਵੀ ਥਿਰ ਨਹੀਂ ਹੈ। ਇੱਥੇ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਮੈਨੂੰ ਪਸੰਦ ਆਉਣਗੀਆਂ, ਕਈ ਹੋਣਗੀਆਂ ਜਿਹੜੀਆਂ ਨਾ ਪਸੰਦ ਆਉਣਗੀਆਂ। ਇਹਨਾਂ ਨੂੰ ਮੈਂ ਨਹੀਂ ਬਦਲ ਸਕਦਾ, ਇਹ ਮੇਰੇ ਨਾਲ ਲਿਖਿਆ ਹੈ। ਮੇਰੀ ਆਪਣੀ ਡਿਜ਼ਾਇਰਸ ਕੀ ਨੇ, ਕੀ ਨਹੀਂ ਹਨ, ਇਹ ਮੇਰੇ ਨਾਲ ਰਿਲੇਸ਼ਨ ਰੱਖਦੇ ਹੈ। ਪਰ ਜਿਹੜੇ ਇਹ ਬੇਸਿਕ ਰੂਲ ਜੀਵਨ ਦੇ ਨੇ, ਇਹ ਤੇ ਸਦਾ ਲਈ ਹਾਜ਼ਰ ਨੇ, ਇਹਨਾਂ ਨੂੰ ਮੈਂ ਬਦਲ ਨਹੀਂ ਪਾਵਾਂਗਾ ਕਦੇ ਵੀ, ਜਦ ਤੱਕ ਮੈਂ ਇਹਨਾਂ ਨੂੰ ਐਕਸੈਪਟ ਕਰਕੇ ਨਹੀਂ ਚੱਲਾਂਗਾ। ਮੈਂ ਜੀਵਨ ਦੀ ਰਜ਼ਾ ਵਾਸਤੇ ਵੱਲ ਨਹੀਂ ਤੁਰ ਪਾਵਾਂਗਾ। ਮੈਨੂੰ ਆਪਣਾ ਆਪ ਤਿਆਗ ਕੇ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰਨਾ ਹੈ ਜਿਹੜੀ ਐਵਰ ਚੇਂਜਿੰਗ ਮੇਰੇ ਆਲੇ ਦੁਆਲੇ ਘੁੰਮਦੀਆਂ। ਫਿਰ ਹੋਣ ਵਾਸਤੇ ਮੈਨੂੰ ਇਹ ਜਾਣ ਲੈਣਾ ਹੈ ਕਿ ਮੇਰਾ ਮਨ ਅਥਿਰ ਹੈ। ਸਮਝੋ ਮੈਂ ਅਗਰ ਕਿਸੇ ਰੋਗ ਦਾ ਗ੍ਰਸਤ ਹਾਂ ਤਾਂ ਮੈਂ ਕਹਾਂ ਕਿ ਮੈਂ ਰੋਗੀ ਹਾਂ ਹੀ ਨਹੀਂ, ਤਾਂ ਮੈਂ ਉਸ ਰੋਗ ਦਾ ਇਲਾਜ ਵੀ ਨਹੀਂ ਕਰਾਂਗਾ। ਤਾਂ ਰੋਗ ਨੂੰ ਜਾਣਨਾ ਕਿ ਮੈਂ ਰੋਗੀ ਹਾਂ, ਇਹ ਐਕਸੈਪਟੈਂਸ ਹੈ ਜੀਵਨ ਦੀ। ਇਹਨੂੰ ਮਹਾਰਾਜ ਕਹਿੰਦੇ ਆ ਨਾਨਕ ਲਿਖਿਆ ਨਾਲ, ਇਹ ਮੇਰੇ ਨਾਲ ਲਿਖਿਆ ਹੈ ਕਿ ਮੈਂ ਹੁਣ ਇਸ ਵੇਲੇ ਰੋਗੀ ਹਾਂ। ਮੈਂ ਉਸ ਰੋਗ ਦਾ ਹੱਲ ਤਾਂ ਢੂੰਡ ਪਾਵਾਂਗਾ ਜਦ ਮੈਂ ਮੰਨਾਂਗਾ ਕਿ ਮੈਂ ਰੋਗੀ ਹਾਂ। ਭਾਵੇਂ ਕੋਈ ਮੈਨੂੰ ਦੱਸੇ ਜਾਂ ਮੈਂ ਆਪ ਗਿਆਨ ਪ੍ਰਾਪਤ ਕਰਾਂ ਜਾਂ ਮੈਂ ਸਮਝਾਂ, ਇਹ ਮੰਨਾਂਗਾ ਮੈਂ ਰੋਗੀ ਹਾਂ ਤਾਂ ਮੈਂ ਉਸ ਰੋਗ ਦਾ ਹੱਲ ਢੂੰਡਣ ਲਈ ਨਿਕਲਾਂਗਾ। ਤਾਂ ਇਸ ਤਰ੍ਹਾਂ ਦੇਖਿਆ ਜਾਏ ਤਾਂ ਰੋਗ ਦਾ ਹੱਲ ਰੋਗ ਦੇ ਗਿਆਨ ਵਿੱਚ ਹੀ ਹੈ। ਆਪ ਸਮਝ ਲਓ ਗੱਲ ਨੂੰ। ਰੋਗ ਦਾ ਹੱਲ ਰੋਗ ਦੇ ਗਿਆਨ ਨੂੰ ਮੈਨੂੰ ਮਿਲ ਜਾਂਦਾ ਹੈ ਜਦੋਂ ਉਹਦੇ ਵਿੱਚ ਹੈ। ਐਸੇ ਭਾਵ ਨਾਲ ਨਾਨਕ ਲਿਖਿਆ ਨਾਲ, ਜਦੋਂ ਮੈਂ ਜਾਣ ਲਵਾਂ ਕਿ ਮੇਰੇ ਨਾਲ ਕੀ ਲਿਖਿਆ ਹੈ, ਉਹਦੇ ਗਿਆਨ ਪ੍ਰਾਪਤ ਕਰ ਲਵਾਂ ਔਰ ਜਾਣਾ ਕਿ ਇਹ ਚੀਜ਼ਾਂ ਮੇਰੇ ਵਾਸਤੇ ਲਿਖੀਆਂ ਨੇ ਪਰ ਇਹ ਮੇਰੀਆਂ ਨਹੀਂ ਹਨ, ਇਹ ਸਦਾ ਲਈ ਮੇਰੀ ਨਹੀਂ ਹਨ, ਤਾਂ ਮੈਂ ਉਸ ਦਾ ਹੱਲ ਢੂੰਡਣਾ ਸ਼ੁਰੂ ਕਰ ਦਿੱਤਾ ਹੈ। ਜਾਂ ਇੱਕ ਤਰ੍ਹਾਂ ਦੇਖੀਏ ਤੇ ਹੱਲ ਮਿਲ ਗਿਆ ਹੈ। ਕਿਵੇਂ? ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ। ਮੈਂ ਹੁਣ ਗ੍ਰਸਤ ਹਾਂ ਰੋਗ ਦਾ, ਹਉਮੈ ਦਾ। ਇਹ ਮੇਰੇ ਨਾਲ ਲਿਖਿਆ ਹੈ, ਇਹਨੂੰ ਕੋਈ ਬਦਲ ਨਹੀਂ ਪਾਉਂਦਾ। ਕਿਉਂ? ਕਿਉਂਕਿ ਹਉਮੈ ਹੁਕਮ ਹੈ। ਐਸੇ ਨਾ ਇਹਦੇ ਵਿੱਚ ਹੀ ਸਰਵਾਈਵਲ ਦੁਨੀਆ ਦੀ ਸਰਵਾਈਵਲ ਟੈਕਨੀਕਸ, ਮੈਥਡਸ ਬਿਲਟ ਇਨ ਹੋਏ ਹਨ। ਮੈਨੂੰ ਇਹ ਮੰਨਣਾ ਪਏਗਾ ਕਿ ਹਉਮੈ ਮੇਰਾ ਰੋਗ ਹੈ, ਤਾਂ ਉਹ ਰੋਗ ਦਾਰੂ ਬਣ ਜਾਏਗਾ। ਜਿਸ ਦਿਨ ਤੱਕ ਮੈਂ ਨਾ ਜਾਣ ਪਾਵਾਂ ਕਿ ਮੇਰੇ ਰੋਗ ਕੀ ਨੇ, ਉਹ ਦਾਰੂ ਨਹੀਂ ਬਣ ਪਾਣਗੇ। ਪਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ, ਜੋ ਮੇਰੇ ਨਾਲ ਲਿਖਿਆ ਹੈ ਉਹਨੂੰ ਜਾਣ ਲੈ ਭਾਈ, ਤੇਰੇ ਨਾਲ ਕੀ ਲਿਖਿਆ ਹੈ। ਜੋ ਸਾਡੇ ਸਰੀਰ ਦੇ ਨਾਲ, ਮਨ ਦੀ ਅਵਸਥਾ ਦੇ ਨਾਲ ਲਿਖਿਆ ਹੋਇਆ ਹੈ, ਉਹ ਰੋਗਾਂ ਨੂੰ ਗਿਆਨ ਪ੍ਰਾਪਤ ਕਰ ਲੈਣਾ, ਉਹਨਾਂ ਤੋਂ ਫਰੀ ਹੋਣ ਦਾ ਇੱਕ ਤਰੀਕਾ ਹੈ। ਇਹ ਸਮਝ ਲਈਏ, ਉਹੀ ਤਰੀਕਾ ਹੈ। ਜਦ ਮੈਂ ਆਪਣੇ ਮਨ ਦੇ ਰੋਗਾਂ ਨੂੰ ਐਕਸੈਪਟ ਕਰ ਲਵਾਂ, ਆਪਣੇ ਆਪ ਨੂੰ ਐਕਸੈਪਟ ਕਰ ਲਵਾਂ ਕਿ ਮੈਂ ਕੀ ਹਾਂ, ਇਹ ਜਾਣ ਲਵਾਂ ਕਿ ਮੇਰੇ এনवायरमेंट ਜਿਹੜਾ ਮੇਰੇ ਆਲੇ ਦੁਆਲੇ ਮੇਰਾ এনवायरमेंट ਹੈ, ਉਹਦੇ ਵਿੱਚ ਕੀ ਕੰਡੀਸ਼ਨ ਮੈਂ ਚੇਂਜ ਨਹੀਂ ਕਰ ਪਾਵਾਂਗਾ, ਤਾਂ ਮੈਂ ਉਸ ਰੋਗ ਦਾ ਹੱਲ ਢੂੰਡ ਲਿਆ ਹੈ। ਮੈਨੂੰ ਇਸ ਤਰ੍ਹਾਂ ਕਹਿਣਾ ਚਾਹੁੰਦਾ ਹਾਂ ਕਿ ਜੀਵਨ ਦੀ ਕਲਾ ਐਕਸੈਪਟੈਂਸ ਹੋਣੀ ਚਾਹੀਦੀ ਹੈ, ਐਕਸਪੈਕਟੇਸ਼ਨ ਨਹੀਂ। ਜਦੋਂ ਅਸੀਂ ਜੀਵਨ ਦੀ ਕਲਾ ਐਕਸਪੈਕਟੇਸ਼ਨ ਰੱਖਾਂਗੇ, ਆਧਾਰ ਜਿਹੜਾ ਹੈ ਜੀਵਨ ਦਾ ਹਉਮੈ ਹੋਏਗਾ। ਜਦੋਂ ਅਸੀਂ ਜੀਵਨ ਦੀ ਕਲਾ ਐਕਸੈਪਟੈਂਸ ਰੱਖਾਂਗੇ, ਹਉਮੈ ਨਾਮ ਹੋਏਗਾ। ਹਉਮੈ ਨਹੀਂ ਹੋਏਗਾ, ਫਾਊਂਡੇਸ਼ਨ ਨਾਮ ਹੋਏਗੀ। ਆਪ ਸਮਝੋ ਫਿਰ, ਜਦੋਂ ਮੇਰੀ ਫਾਊਂਡੇਸ਼ਨ ਜੀਵਨ ਦੀ ਨਾਮ ਹੋਏਗੀ ਤਾਂ ਐਕਸੈਪਟੈਂਸ ਮੇਰੇ ਜੀਵਨ ਦਾ ਨੇਚਰ ਹੋਏਗਾ। ਜਦੋਂ ਮੇਰੀ ਫਾਊਂਡੇਸ਼ਨ ਲਾਈਫ ਦੀ ਐਕਸਪੈਕਟੇਸ਼ਨ ਹੋਏਗੀ, ਮੈਂ ਐਕਸਪੈਕਟ ਕਰਦਾ ਰਹਾਂਗਾ ਕਿ ਮੈਨੂੰ ਇਹ ਮਿਲਣਾ ਹੈ, ਇਹ ਮਿਲਣਾ ਹੈ, ਇਹ ਮਿਲਣਾ ਹੈ, ਇਹ ਮਿਲਣਾ ਹੈ, ਇਹ ਹੋਣਾ ਹੈ, ਇਹ ਹੋਣਾ ਹੈ, ਇਹ ਕਰਨਾ ਹੈ, ਤਾਂ ਮੇਰੇ ਜੀਵਨ ਦਾ ਆਧਾਰ ਮੇਰੀ ਈਗੋ ਰਹੇਗੀ। ਇੱਕ ਮੇਰੀ ਸਪਿਰਿਟ ਨੂੰ ਸਟਰੋਂਗ ਕਰਦਾ ਹੈ, ਦੂਜੀ ਮੇਰੀ ਈਗੋ ਨੂੰ ਸਟਰੋਂਗ ਕਰਦਾ ਹੈ। ਇੱਕ ਚਾਲ ਜਿਹੜੀ ਹੈ ਮੈਨੂੰ ਨਿਰੰਕਾਰ ਵੱਲ ਤੋਰਦੀ ਹੈ, ਇੱਕ ਚਾਲ ਮੈਨੂੰ ਮੌਤ ਦੀ ਅੰਤ ਦੇ ਵਿੱਚ ਗਹਿਨ ਗਹਿਰਾਈ ਵਿੱਚ ਘੇਰ ਦਿੰਦੀ ਹੈ। ਦੋਨਾਂ ਵਿੱਚ ਬਹੁਤ ਫਰਕ ਹੈ। ਦੋਨਾਂ ਦੀ ਚਾਲ ਵਿੱਚ, ਅੱਜ ਦੀ ਹੋਂਦ ਵਿੱਚ ਵੀ ਫਰਕ ਹੈ ਔਰ ਇਹਦਾ ਅੰਤ ਵੀ ਬੜਾ ਫਰਕ ਹੈ, ਕਿਉਂਕਿ ਇੱਕ ਆਬਜ਼ਰਵੇਸ਼ਨ ਵਿੱਚ ਚੱਲਦਾ ਪਿਆ ਹੈ।
ਜੀਵਨ ਨੂੰ ਅਬਜ਼ਰਵ ਕਰ ਰਿਹਾ ਹੈ, ਉਸ ਤੋਂ ਸਿੱਖ ਰਿਹਾ ਹੈ, ਉਸ ਤੋਂ ਸਮਝ ਰਿਹਾ ਹੈ ਕਿ ਮੇਰੇ ਨਾਲ ਕੀ ਹੈ, ਮੇਰਾ ਜੀਵਨ ਕੀ ਹੈ, ਇਹ ਅੰਤ ਜੀਵਨ ਦਾ ਕਿੱਥੇ ਜਾ ਰਿਹਾ ਹੈ, ਇਸ ਜੀਵਨ ਦੇ ਅੰਦਰ ਹੋਰ ਕਿਹੜੇ ਪੱਖ ਨੇ ਜਿਨ੍ਹਾਂ ਨੂੰ ਮੈਨੂੰ ਜਾਣਨਾ ਹੈ। ਪਰ ਇੱਕ ਇਹ ਕਹਿ ਰਿਹਾ ਹੈ ਕਿ ਜੀਵਨ ਅਧੂਰਾ ਹੈ, ਲੈਂਦੇ ਜਾਓ, ਮੰਗਦੇ ਜਾਓ, ਦੌੜਦੇ ਜਾਓ, ਕਰਦੇ ਜਾਓ। ਦੋਨਾਂ ਦੀ ਚਾਲ ਵਿੱਚ ਬਹੁਤ ਫਰਕ ਹੈ, ਦੋਨਾਂ ਦੀ ਵਿਵੇਕ ਵਿੱਚ ਬਹੁਤ ਫਰਕ ਹੈ। ਇੱਕ ਨੇ ਇਹ ਸਮਝਿਆ ਨਹੀਂ ਕਿ ਜੀਵਨ ਅਸਲ ਕੀ ਹੈ, ਇੱਕ ਨੇ ਜਾਣ ਲਿਆ ਜੀਵਨ ਅਸਲ ਕੀ ਹੈ। ਤਾਂ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਨੇ, ਸਾਨੂੰ ਆਦੇਸ਼ ਕਰਦੇ ਨੇ, ਭਾਈ ਹੁਕਮ ਦੀ ਰਜ਼ਾ ਨੂੰ ਜਾਣ। ਕਿਵੇਂ ਜਾਣੇਗਾ? ਜੋ ਤੇਰੇ ਨਾਲ ਹੈ ਪਹਿਲੇ ਉਹ ਸਮਝ, ਜੋ ਤੇਰਾ ਹੁਕਮ ਹੈ, ਆਲੇ ਦੁਆਲੇ ਹੁਕਮ ਹੈ, ਉਹਨੂੰ ਸਮਝ। ਉਸ ਤੋਂ ਉੱਪਰ ਉੱਠ ਕੇ ਜੀਵਨ ਨੂੰ ਦੇਖ ਕਿ ਤੇਰੇ ਨਾਲ ਕੀ ਜਾਣਾ ਹੈ ਇੱਥੋਂ। ਨਾਨਕ ਲਿਖਿਆ ਨਾਲ, ਤੇਰੇ ਨਾਲ ਕੀ ਹੈ ਅੱਜ ਔਰ ਕੱਲ ਕੀ ਹੋਏਗਾ। ਇਹਨੂੰ ਜਾਣਨਾ ਮੈਨੂੰ ਜ਼ਰੂਰੀ ਹੈ ਜੀਵਨ ਨੂੰ ਐਕਸਪੀਰੀਐਂਸ਼ਲ ਵਿਵੇਕ ਵੱਲ ਤੋਰਨ ਲਈ ਤੇ ਆਪਣੀ ਅਰਦਾਸ ਨੂੰ ਗਹਿਨ ਕਰਨ ਲਈ ਕਿ ਮੈਂ ਜੀਵਨ ਦੇ ਤੱਤ ਨੂੰ ਜਾਣਨਾ ਚਾਹੁੰਦਾ ਹਾਂ। ਬੜਾ ਫਰਕ ਹੈ ਇਹਦੇ ਚ ਮਹਾਰਾਜ। ਆਪ ਅਗਰ ਇਸ ਚੀਜ਼ ਨੂੰ ਸਮਝੋ ਕਿ ਹੁਕਮ ਦੀ ਰਜ਼ਾ ਜਿਹੜੀ ਹੈ, ਸੌਰੀ ਸ਼ਬਦ ਗਲਤ ਵਰਤ ਲਿਆ, ਹੁਕਮ ਦੀ ਰਜ਼ਾ ਜਿਹੜੀ ਹੈ ਉਹ ਮੇਰਾ ਰਿਲੀਜ਼ ਹੈ, ਤਾਂ ਹੁਕਮ ਦੀ ਰਜ਼ਾ ਨੂੰ ਜਾਣਨ ਵਾਸਤੇ ਆਪਣੇ ਆਪ ਦੀ ਅਵਸਥਾ ਨੂੰ ਜਾਣਨਾ ਜ਼ਰੂਰੀ ਹੈ ਔਰ ਆਪਣੀ ਲਿਮਿਟੇਸ਼ਨਸ ਨੂੰ ਜਾਣਨਾ ਜ਼ਰੂਰੀ ਹੈ ਔਰ ਜੀਵਨ ਨੂੰ ਜਾਣਨਾ ਜ਼ਰੂਰੀ ਹੈ। ਜੀਵਨ ਮੌਤ ਤੋਂ ਜਾਣਨਾ ਸ਼ੁਰੂ ਕਰਾਂਗੇ, ਜੀਵਨ ਦਾ ਅੰਤ ਕੀ ਹੈ ਉੱਥੋਂ ਸ਼ੁਰੂ ਕਰਾਂਗੇ। ਇੱਕ ਦੇ ਜੀਵਨ ਦਾ ਅੰਤ ਆਨੰਦ ਹੈ, ਇੱਕ ਦੇ ਜੀਵਨ ਦਾ ਅੰਤ ਮੌਤ ਹੈ। ਇੰਨਾ ਹੀ ਫਰਕ ਹੈ। ਅੱਜ ਦੇ ਮੇਰੇ ਡਿਸੀਜਨ ਨਾਲ ਮੇਰੇ ਕੱਲ ਤੇ ਇਹ ਇੰਪੈਕਟ ਆਉਂਦਾ ਹੈ। ਮਹਾਰਾਜ ਸਾਨੂੰ ਬਾਰ-ਬਾਰ ਦੱਸਦੇ ਨੇ ਕਿ ਹੁਕਮ ਰਜਾਈ ਚੱਲਣਾ ਔਰ ਕੂੜ ਦੀ ਪਾਰ ਨੂੰ ਤੋੜਨਾ ਹੈ। ਕੂੜ ਦੀ ਪਾਰ ਕਿਵੇਂ ਟੁੱਟੇਗੀ, ਇਹ ਸਾਨੂੰ ਗੁਰੂ ਸਾਹਿਬ ਅੱਗੇ ਵੀ ਦੱਸਣਗੇ। ਔਰ ਕੂੜ ਦੀ ਪਾਰ ਖੜੀ ਕਿਸਨੇ ਕੀਤੀ ਹੈ? ਇਹ ਮੇਰੇ ਮਨ ਤੋਂ ਖੜੀ ਹੁੰਦੀ ਹੈ। ਮੇਰਾ ਮਨ ਜੋ ਮੇਰਾ ਟੂਲ ਸੀ ਉਹ ਮੇਰਾ ਮਾਲਕ ਬਣ ਗਿਆ, ਤਾਂ ਉਹ ਮੇਰੀ ਦੀਵਾਰ ਬਣ ਕੇ ਖੜਾ ਹੋ ਗਿਆ। ਜਿਸ ਦਿਨ ਮੈਂ ਮਨ ਦਾ ਮਾਲਕ ਬਣ ਜਾਵਾਂਗਾ ਉਸ ਦਿਨ ਇਹ ਦੀਵਾਰ ਟੁੱਟ ਜਾਏਗੀ, ਜਾਂ ਜਿਸ ਦਿਨ ਇਹ ਦੀਵਾਰ ਟੁੱਟੇਗੀ ਝੂਠ ਦੀ, ਸੱਤ ਦਾ ਗਿਆਨ ਹੋਣਗੇ ਤਾਂ ਮਾਲਕ ਮੈਂ ਬਣ ਜਾਵਾਂਗਾ। ਗੱਲ ਇੱਕੋ ਪਾਸੇ ਦੀ ਹੈ। ਇਹਨਾਂ ਦੋਨਾਂ ਚੀਜ਼ਾਂ ਦੀ ਕਮਾਈ, ਇਹਨਾਂ ਤਿੰਨਾਂ ਪਹਿਲੂਆਂ ਦੀ ਕਮਾਈ ਦੇਖਣੀ ਹੈ। ਇੱਕ ਤਾਂ ਮਹਾਰਾਜ ਕਿ ਹੁਕਮ ਜਿਹੜਾ ਹੈ ਉਹਦੀ ਰਜ਼ਾ ਵਿੱਚ ਚੱਲਣਾ ਹੈ, ਇੱਕ ਨਾਨਕ ਲਿਖਿਆ ਨਾਲ ਹੈ, ਇੱਕ ਸਾਹਿਬ ਜਿਹੜਾ ਪਹਿਲੇ ਆਦੇਸ਼ ਕਰਦੇ ਹੈ ਕਿ ਸੱਚਿਆਰਾ ਹੋਈਏ, ਕਿ ਹੋਣਾ ਅਸੀਂ ਸੱਚਾ ਹੈ। ਮੇਰੇ ਮਨ ਦੀ ਅਰਦਾਸ ਕੀ ਹੈ ਇਹ ਆਪ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਕਿ ਆਪ ਦੇ ਮਨ ਦੀ ਅਰਦਾਸ ਕੀ ਹੈ। ਇਹ ਗੁਰੂ ਸਾਹਿਬ ਨੇ ਤਤ ਗਿਆਨ ਦਾ ਪ੍ਰਸ਼ਨ ਰੇਜ਼ ਕੀਤਾ ਜੀਵਨ ਦਾ, ਉਹ ਮੇਰਾ ਪ੍ਰਸ਼ਨ ਹੈ ਕਿ ਨਹੀਂ, ਇਹਦੇ ਨਾਲ ਸਾਰਾ ਫਰਕ ਪੈ ਜਾਂਦਾ ਹੈ। ਕਿਉਂਕਿ ਅਗਰ ਮੇਰਾ ਪ੍ਰਸ਼ਨ ਹੀ ਨਹੀਂ ਹੈ ਤਾਂ ਫਿਰ ਉਸ ਮਾਰਗ ਨੂੰ ਮੈਂ ਉਸ ਮਾਰਗ ਵਿੱਚ ਆਪਣੀ એનર્ਜੀ ਕਮਿਟ ਨਹੀਂ ਕਰ ਪਾਵਾਂਗਾ। ਇਹ ਬੋਰੋਡ ਕੁਐਸਚਨ ਨਹੀਂ ਹੋ ਸਕਦਾ ਮਹਾਰਾਜ। ਆਪ ਸਮਝੋ ਮੇਰੀ ਗੱਲ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਜੀਵਨ ਦੇ ਤੱਤ ਨੂੰ ਜਾਣਨ ਵਾਸਤੇ ਕਿਵੇਂ ਸੱਚਿਆਰਾ ਹੋਈ ਇਹਦਾ ਪ੍ਰਸ਼ਨ ਪੁੱਛਣਾ ਹੈ। ਮਹਾਰਾਜ ਨੇ ਸਾਨੂੰ ਸੱਤ ਦਾ ਗਿਆਨ ਦਿੱਤਾ। ਸੱਤ ਕੀ ਹੈ, ਸੱਤ ਕਿੱਥੇ ਹੈ, ਸੱਤ ਦਾ ਐਕਸਪੀਰੀਅੰਸ ਕਿਸ ਫੇਜ਼ ਵਿੱਚ ਹੈ, ਉਹ ਨਕਾਰਾਤਮਕ ਚਾਰ ਪਹਿਲੂਆਂ ਵਿੱਚ ਸਮਝਾ ਦਿੱਤਾ ਕਿ ਸੱਤ ਜਿਹੜਾ ਹੈ ਮਨ ਨਾਲ ਰਿਲੇਸ਼ਨ ਰੱਖਦਾ ਹੈ। ਫਿਰ ਸਾਹਿਬ ਸਾਨੂੰ ਕਹਿੰਦੇ ਨੇ ਕਿ ਫਿਰ ਕਿਵੇਂ ਹੋਏਗਾ, ਕਿਵੇਂ ਸੱਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਰ, ਸੱਚਿਆਰਾ ਕਿਵੇਂ ਬਣਾਂਗੇ। ਤਾਂ ਪਹਿਲਾ ਪ੍ਰਸ਼ਨ ਉੱਠਦਾ ਇਹ ਹੈ ਕਿ ਕੀ ਇਹ ਮੇਰੇ ਜੀਵਨ ਦਾ ਪ੍ਰਸ਼ਨ ਹੈ ਕਿ ਮੈਂ ਸੱਚਿਆਰਾ ਬਣਨਾ ਹੈ। ਤਹਿ ਦਿਲੋਂ ਅਸੀਂ ਇੱਕ ਸ਼ਾਂਤ ਕਮਰੇ ਵਿੱਚ ਕੁਝ ਦੇਰ ਬੈਠ ਕੇ ਆਪਣੇ ਨਾਲ ਇਹ ਪੁੱਛੀਏ ਆਪਣੇ ਨੂੰ ਕਿ ਇਹ ਮੈਂ ਜਦ ਸਭ ਕੁਝ ਕਰਦਾ ਵਾਂ, ਸਾਰੇ ਐਫਰਟਸ ਕਰ ਰਿਹਾ ਵਾਂ, ਮੇਰੇ ਮਨ ਦਾ ਪ੍ਰਸ਼ਨ ਕੀ ਹੈ। ਮੇਰਾ ਪ੍ਰਸ਼ਨ, ਮੇਰਾ ਜੀਵਨ ਦਾ ਗਹਿਨ ਕਾਲਿੰਗ ਕੀ ਹੈ, ਕਿਸ ਚੀਜ਼ ਦੀ ਅਰਦਾਸ ਮੈਂ ਨਿਤ ਕਰਦਾ ਵਾਂ। ਇਹ ਬਹੁਤ ਮੈਟਰ ਕਰਦਾ ਹੈ।
ਕਿਉਂਕਿ ਅਸੀਂ ਮਨ ਦੇ ਅੰਦਰ ਇੱਕ ਪੁਤਲੇ ਹਾਂ ਇਸ ਵੇਲੇ। ਮਨ ਸਾਨੂੰ ਘੁਮਾ ਦੇਗਾ, ਮਨ ਸਾਨੂੰ ਡੇਗ ਦੇਗਾ, ਮਨ ਸਾਨੂੰ ਪਰੇਸ਼ਾਨ ਕਰੇਗਾ, ਸਭ ਕੁਝ ਹੋਏਗਾ। ਪਰ ਅਗਰ ਮੇਰੇ ਮਨ ਦੀ ਕਾਲਿੰਗ ਸੱਤ ਦੀ ਹੈ ਤਾਂ ਮਨ ਮੈਨੂੰ ਹਰਾ ਨਹੀਂ ਸਕੇਗਾ। ਮੇਰੀ ਜਿੱਤ ਹੁਣ ਇੱਥੇ ਆ ਜਾਂਦੀ ਹੈ ਕਿ ਇਹ ਪ੍ਰਸ਼ਨ ਮੇਰਾ ਹੈ ਕਿ ਨਹੀਂ। ਅਗਰ ਮੇਰਾ ਇਹ ਪ੍ਰਸ਼ਨ ਨਹੀਂ ਹੈ ਤਾਂ ਮੈਂ ਉਹ ਸਸਟੇਨ ਨਹੀਂ ਕਰ ਪਾਵਾਂਗਾ ਐਫਰਟ ਨੂੰ, ਮੇਰਾ ਡਿੱਗ ਜਾਏਗਾ ਮਨ, ਮੈਂ ਲੈਸ ਹਾਰਟਡ ਹੋ ਜਾਵਾਂਗਾ, ਡਿਸਹਾਰਟਡ ਹੋ ਜਾਵਾਂਗਾ, ਸੋਚਾਂਗਾ ਕਿ ਨਹੀਂ ਮਿਲਣਾ ਹੈ। ਇਸ ਪ੍ਰਸ਼ਨ ਨੂੰ ਬਣਾਉਣਾ ਆਪਣਾ, ਇਹਦੇ ਵੀ ਇੱਕ ਵਿਧੀਆਂ ਨੇ। ਇਹਨੂੰ ਆਪਣਾ ਬਣਾਉਣਾ ਹੈ ਤਾਂ ਪਹਿਲਾਂ ਨਾਮ ਨਾਲ ਸਾਂਝ ਪਾਣੀ ਪਏਗੀ। ਨਾਮ ਦੇ ਜਿਹੜੇ ਨਾਮ ਦੀ ਠੰਡ ਹੈ ਉਸ ਤੋਂ ਨਿਗ ਲੈਣੀ ਪਏਗੀ। ਦੁਨੀਆ ਦੇ ਹਨੇਰੇ ਦੇ ਵਿੱਚ ਉਹ ਲਾਈਟ ਜਗਾਣੀ ਪਏਗੀ। ਅਸੀਂ ਲਾਈਟ ਜਗਾਵਾਂਗੇ ਤੇ ਸਾਨੂੰ ਭੇਦ ਦਿਖੇਗਾ ਫਿਰ ਕਿ ਦੁਨੀਆ ਵਿੱਚ ਧੋਖਾ ਹੈ, ਇੱਥੇ ਸੱਤ ਦਾ ਗਿਆਨ ਹੈ। ਤਾਂ ਮੇਰੇ ਦੋ ਸਬਮਿਸ਼ਨ ਆਪ ਅੱਗੇ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਇਹਨੂੰ ਮੈਂ ਆਪਣਾ ਪ੍ਰਸ਼ਨ ਬਣਾਵਾਂ। ਕੁਝ ਦਿਨ ਇਹ ਅਭਿਆਸ ਕਰਾਂ ਕਿ ਇਸ ਪ੍ਰਸ਼ਨ ਨੂੰ ਮੈਂ ਅਭਿਆਸ ਦੀ ਤਰ੍ਹਾਂ, ਜਪ ਦੀ ਤਰ੍ਹਾਂ ਧਿਆਨ ਵਿੱਚ ਬੈਠ ਕੇ ਇਹਦਾ ਅਭਿਆਸ ਕਰਾਂ। ਸਿਰਫ ਐਸੇ ਪ੍ਰਸ਼ਨ ਦਾ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। We need to make this question my question. That will drive the energy force towards the spirituality which is eternal. ਮੈਂ ਆਪ ਨੂੰ ਫਿਰ ਸਮਝਾਉਂਦਾ ਵਾਂ, ਅਸੀਂ ਇਸ ਪ੍ਰਸ਼ਨ ਨੂੰ ਆਪਣਾ ਬਣਾਉਣਾ ਹੈ, ਉਸ ਇੰਜਨ ਨੂੰ, ਆਪਣੇ ਮਨ ਦੇ ਇੰਜਨ ਨੂੰ ਸਟਾਰਟ ਕਰਨ ਲਈ, ਤਾਂ ਕਿ ਉਹਦੇ ਚੋਂ ਸ਼ਕਤੀ ਆਏ ਕਿ ਉਹ ਅਧਿਆਤਮ ਵੱਲ, ਪੂਰਨ ਬ੍ਰਹਮ ਗਿਆਨ ਵੱਲ ਟੁਰਨਾ ਸ਼ੁਰੂ ਕਰ ਦੇ, ਗੁਰਮਤ ਗਿਆਨ ਵੱਲ ਟੁਰਨਾ ਸ਼ੁਰੂ ਕਰ ਦੇ। ਇਸ ਪ੍ਰਸ਼ਨ ਦਾ ਜਵਾਬ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਪਰ ਅਗਰ ਮੇਰਾ ਪ੍ਰਸ਼ਨ ਇਹ ਹੋਏਗਾ ਹੀ ਨਹੀਂ ਤਾਂ ਫਿਰ ਮੈਂ ਕਿਸ ਚੀਜ਼ ਨੂੰ ਲੱਭਾਂਗਾ ਔਰ ਕਿੱਥੇ ਐਂਡ ਕਰ ਜਾਵਾਂਗਾ, ਇਹ ਬਹੁਤ ਫਰਕ ਹੋ ਜਾਏਗਾ। ਤਾਂ ਬਾਰ-ਬਾਰ ਸਾਨੂੰ ਆਪਣੇ ਆਪ ਨੂੰ ਇਸ ਪ੍ਰਸ਼ਨ ਨੂੰ ਦ੍ਰਿੜਾਉਣਾ ਹੈ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਪਹਿਲਾਂ ਤਾਂ ਮੈਂ ਸਚਿਆਰਾ ਬਣਨ ਲਈ ਨਿਕਲਾਂ, ਫਿਰ ਪਾਲ ਦਿਖੇਗੀ ਸਾਹਮਣੇ। ਮਹਾਰਾਜ ਸਾਨੂੰ ਇਹੀ ਸਮਝਾ ਰਹੇ ਨੇ ਕਿ ਨਿਕਲੋਗੇ, ਪਾਲ ਦਿਖੇਗੀ, ਫਿਰ ਹੁਕਮ ਨੂੰ ਜਾਣਨਾ ਹੈ, ਰਜ਼ਾ ਵਿੱਚ ਰਹਿਣਾ ਹੈ, ਹੁਕਮ ਰਜ਼ਾਈ ਵਿੱਚ ਚੱਲਣਾ ਹੈ, ਨਾਨਕ ਲਿਖਿਆ ਨਾਲ ਸੰਭਾਲ ਕੇ ਚੱਲਣਾ ਹੈ। ਇਹ ਐਸਪੈਕਟ ਜਿਹੜੇ ਨੇ, ਇਹ 5 ਐਸਪੈਕਟ ਜੀਵਨ ਦੇ ਮਹਾਰਾਜ ਨੇ ਸਾਡੇ ਸਾਹਮਣੇ ਪੇਸ਼ ਕੀਤੇ ਨੇ। ਇਹ ਸਾਡੇ ਜੀਵਨ ਦਾ ਤਤ ਗਿਆਨ ਹੈ। ਅਸੀਂ ਕਿੱਥੋਂ ਵੀ ਇਹਦੀ ਕੁੰਜੀ ਖੋਲ ਸਕਦੇ ਹਾਂ, ਪਰ ਮੇਰਾ ਸਬਮਿਸ਼ਨ ਹੈ ਕਿ ਪਹਿਲਾਂ ਪ੍ਰਸ਼ਨ ਨੂੰ ਆਪਣਾ ਬਣਾਈਏ, ਤਾਂ ਸਾਨੂੰ ਜਵਾਬ ਵਿੱਚ ਉਤਰਨਾ ਆ ਜਾਏਗਾ। ਜਦ ਸਾਡਾ ਪ੍ਰਸ਼ਨ ਹੀ ਆਪਣਾ ਨਹੀਂ ਹੋਏਗਾ, ਅਸੀਂ ਜਵਾਬ ਨੂੰ ਅਪਣਾ ਨਹੀਂ ਪਾਵਾਂਗੇ, ਉਸਨੂੰ ਆਪਣਾ ਨਹੀਂ ਬਣਾ ਪਾਵਾਂਗੇ। ਜਦ ਪ੍ਰਸ਼ਨ ਮੇਰਾ ਹੋਏਗਾ, ਜਵਾਬ ਮੈਨੂੰ ਆਣਾ ਸ਼ੁਰੂ ਹੋ ਜਾਏਗਾ। ਤਾਂ ਮੇਰੀ ਇਹ ਸਬਮਿਸ਼ਨ ਹੈ ਕਿ ਆਪ ਜੋ ਵੀ ਅਭਿਆਸ ਕਰਦੇ ਹੋ, ਆਪ ਕੁਝ ਦਿਨ ਕਿਵ ਸਚਿਆਰੇ ਦਾ ਅਭਿਆਸ ਕਰੋ। 15 ਮਿੰਟ ਲਈ ਕਰੋ, 5 ਮਿੰਟ ਲਈ ਕਰੋ, 10 ਮਿੰਟ ਲਈ ਕਰੋ। ਸਿਰਫ ਕਿਵ ਸਚਿਆਰਾ ਹੋਈਏ, ਇਸ ਪ੍ਰਸ਼ਨ ਨੂੰ ਬਾਰ-ਬਾਰ ਆਪਣੇ ਅੰਤਰ ਵਿੱਚ ਟਟੋਲੋ ਕਿ ਇਹ ਆਪਣਾ ਪ੍ਰਸ਼ਨ ਹੈ ਕਿ ਨਹੀਂ ਹੈ। ਕਿਉਂਕਿ ਇਹ ਪ੍ਰਸ਼ਨ ਗੁਰੂ ਸਾਹਿਬ ਨੇ ਮੈਨੂੰ ਵਿਚਾਰ ਰੂਪ ਵਿੱਚ ਦਿੱਤਾ ਹੈ, ਐਕਸਪੀਰੀਅੰਸ ਰੂਪ ਵਿੱਚ ਮੇਰਾ ਕੀ ਪ੍ਰਸ਼ਨ ਬਣਦਾ ਹੈ। ਤੇ ਜਦੋਂ ਮੈਂ ਮਨ ਵਿੱਚ ਰੀਇਨਫੋਰਸ ਕਰਾਂਗਾ ਕਿ ਇਹ ਪ੍ਰਸ਼ਨ ਤੱਤ ਹੈ, ਤਾਂ ਜਿਹੜੇ ਮੇਰੇ ਬਾਕੀ ਪ੍ਰਸ਼ਨ ਨੇ ਜਾਂ ਤੇ ਉਹ ਡਿੱਗਣਗੇ ਜਾਂ ਫਿਰ ਮੈਂ ਮੰਨ ਲਵਾਂਗਾ ਕਿ ਮੇਰਾ ਇਹ ਪ੍ਰਸ਼ਨ ਨਹੀਂ ਹੈ। ਇੱਕ ਤਰਫੋਂ ਡਿਸੀਜਨ ਹੋ ਜਾਏਗਾ, ਫਿਰ ਮੈਨੂੰ ਹੋਰ ਤਰ੍ਹਾਂ ਦੇਖਣਾ ਪਏਗਾ ਜੀਵਨ ਨੂੰ। ਪਰ ਜੇ ਅਗਰ ਆਪ ਇਸ ਨੂੰ ਅਭਿਆਸ ਰੂਪ ਵਿੱਚ ਉਤਾਰੋ ਮਨ ਨੂੰ, ਤਾਂ ਮਨ ਵਿੱਚੋਂ ਉਹ ਸ਼ਕਤੀ ਆਣੀ ਸ਼ੁਰੂ ਹੋ ਜਾਏਗੀ ਜਿਹੜੀ ਨਾਮ ਵੱਲ ਸਾਨੂੰ ਤੋਰਨਾ ਸ਼ੁਰੂ ਕਰੇਗੀ। ਤਾਂ ਮਹਾਰਾਜ, ਇਹ ਜਿਹੜੀ ਅੱਜ ਦੀ ਸ਼ਬਦ ਦੀ ਵਿਚਾਰ ਹੈ, ਇੱਥੇ ਮੈਂ ਖਤਮ ਕਰਨਾ ਚਾਹਾਂਗਾ। ਭੁੱਲਾਂ ਖਿਮਾਂ ਦੀ ਮਾਫੀ ਦੇਣਾ ਸਾਹਿਬ ਜੀ। ਕਿਸੇ ਦੇ ਕੋਈ ਪ੍ਰਸ਼ਨ ਹੋਣ ਤਾਂ ਮੋਸਟ ਵੈਲਕਮ।